ਵਾਹਿਗੁਰੂ ਸਾਹਿਬ ਜੀਓ। ਗੁਰੂ ਨਾਨਕ ਪਦ ਪੰਕਜ ਬੰਦਨਾ, ਪਦ ਪੰਕਜ ਬੰਦਨਾ, ਸਿਮਰੋ ਅੰਗਦ ਦੁਖ ਨਿਕੰਦਨਾ, ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਉ, ਗੁਰੂ ਅਰਜਨ ਬਿਗਨਨ ਕੀ ਨਾਸ਼ਕ, ਬਿਗਨਨ ਕੀ ਨਾਸ਼ਕ। ਸ੍ਰੀ ਹਰਿਗੋਬਿੰਦ ਸ਼ੋਭ ਮਤ ਪ੍ਰਕਾਸ਼ਕ, ਗੁਰੂ ਹਰਿ ਰਾਇ ਨਮੋ ਕਰ ਜੋਈ, ਨਮੋ ਕਰ ਜੋਈ। ਸ੍ਰੀ ਹਰਿ ਕ੍ਰਿਸ਼ਨ ਮਨਾਈ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸ਼ਾ ਜੀ, ਪੁਨ ਪੁਨ ਸੀਸ਼ਾ। ਬੰਦੋ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਧਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। या विद सम्मत बहुत विताए, सेवा करते सकल हरे खाए। सम्मत 16 सतिक चारी, जन्म्यो पृथ्या प्रथम हंकारी। या विद सम्मत बहुत विताए, सेवा करत सकल हरे खाए।
ਸੰਮਤ 16 ਸਤ ਇਕ ਚਾਰੀ ਜਨਮਿਓ ਬਿਰਥਿਆ ਪ੍ਰਥਮ ਹੰਕਾਰੀ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਕਮਾਲ ਵਾਲੀ ਕੁਲ ਆਲਮ ਗੁਰਤਾ ਗੱਦੀ ਤੇ ਬਿਰਾਜਮਾਨ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਕੱਲ ਦੇ ਦੀਵਾਨਾਂ ਅੰਦਰ ਅਸੀਂ ਇਹ ਪ੍ਰਸੰਗ ਵਿਚਾਰਿਆ ਸੀ ਕਿ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚੇ ਹਨ। ਧੰਨ ਗੁਰੂ ਅਮਰਦਾਸ ਜੀ ਨੇ ਆਪ ਉਹਨਾਂ ਦੇ ਉੱਪਰ ਮਿਹਰ ਕਿਰਪਾ ਕੀਤੀ। ਉਹਨਾਂ ਦੀ ਕਮਾਈ ਵੇਖ ਕੇ ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਕਾਰਜ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਕੀਤਾ ਹੈ ਔਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਆਪਣਾ ਪੂਰਾ ਸਮਾਂ, ਪੂਰੀ ਜ਼ਿੰਦਗੀ ਕਹਿ ਲਓ, ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਨੂੰ ਮੰਨਦਿਆਂ ਹੋਇਆ ਸਮਾਂ ਬਤੀਤ ਕੀਤਾ ਹੈ, ਜਿਸ ਕਾਰਨ ਕਰਕੇ ਹੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਿਰਪਾ ਔਰ ਮਿਹਰ ਦੇ ਪਾਤਰ ਬਣੇ ਹਨ। ਸੋ ਇੱਥੋਂ ਤੱਕ ਦਾ ਪ੍ਰਸੰਗ ਕੱਲ ਦੇ ਦੀਵਾਨਾਂ ਵਿੱਚ ਸਾਂਝਾ ਹੋ ਚੁੱਕਾ ਹੈ। ਆਓ ਇਸ ਤੋਂ ਅਗਲੇਰੀ ਵਿਚਾਰ ਅੱਜ ਦੇ ਦੀਵਾਨਾਂ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰ ਗੁਰੂ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾ ਵਿਦ ਸੰਮਤ ਬਹੁਤ ਵਿਤਾਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਆਪਣੀ ਜ਼ਿੰਦਗੀ ਦਾ ਕਾਫੀ ਸਮਾਂ ਬਤੀਤ ਕੀਤਾ ਹੈ, ਕਿਉਂਕਿ ਬਾਲਪਣ ਤੋਂ ਹੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਦੀ ਬਾਹ ਪਕੜ ਲਈ ਸੀ। ਬਾਅਦ ਵਿੱਚ ਵੀ ਜਿੰਨਾ ਸਮਾਂ ਧੰਨ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਰਹੇ, ਗੁਰੂ ਰਾਮਦਾਸ ਮਹਾਰਾਜ ਹਮੇਸ਼ਾ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਸਨ। ਉਹਨਾਂ ਨੇ ਸੰਸਾਰਕ ਰਿਸ਼ਤੇਦਾਰੀ ਨੂੰ ਨਹੀਂ ਵੇਖਿਆ ਹੈ, ਬਲਕਿ ਇਹ ਨਿਗਾਹ ਵਿੱਚ ਰੱਖਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਸਤਿਗੁਰੂ ਜੀ ਹਨ। ਇਸ ਤਰ੍ਹਾਂ ਆਪ ਜੀ ਸੇਵਾ ਵਿੱਚ ਲੱਗੇ ਹਨ। ਸੇਵਾ ਕਰਤੇ ਸਕਲ ਹਰਿ ਖਾਏ। ਸੇਵਾ ਕਰਤ ਸਕਲ ਹਰਿ ਖਾਏ। ਜਿਉਂ-ਜਿਉਂ ਆਪ ਜੀ ਸੇਵਾ ਕਰਦੇ ਨੇ ਤਿਉਂ-ਤਿਉਂ ਉਹਨਾਂ ਦਾ ਮਨ ਖੇੜੇ ਦੇ ਵਿੱਚ ਆਉਂਦਾ ਜਾਂਦਾ ਹੈ। ਮਨ ਵਿੱਚ ਪ੍ਰਸੰਨਤਾ, ਮਨ ਵਿੱਚ ਆਤਮਿਕ ਆਨੰਦ ਪਹਿਲਾਂ ਨਾਲੋਂ ਵੀ ਵੱਧ ਰਿਹਾ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸੰਮਤ 16 ਸਤ ਇਕ ਚਾਰੀ। ਸਮਾਂ ਪਾ ਕੇ ਸਤਿਕਾਰਯੋਗ ਮਾਤਾ ਭਾਨੀ ਜੀ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਘਰ ਦੇ ਵਿੱਚ 3 ਪੁੱਤਰਾਂ ਨੇ ਜਨਮ ਲਿਆ ਹੈ, ਜਿਨ੍ਹਾਂ ਵਿੱਚੋਂ ਭਾਈ ਸਾਹਿਬ ਪਹਿਲੇ ਪੁੱਤਰ ਬਾਬਾ ਪ੍ਰਿਥੀ ਚੰਦ, ਜਿਨ੍ਹਾਂ ਨੂੰ ਇਤਿਹਾਸ ਵਿੱਚ ਬਹੁਤਾ ਪ੍ਰਿਥੀਆ ਕਰਕੇ ਲਿਖਿਆ ਹੋਇਆ ਮਿਲਦਾ ਹੈ, ਉਹਨਾਂ ਦਾ ਜਨਮ ਸਤਿਗੁਰੂ ਜੀ ਦੇ ਘਰ ਦੇ ਵਿੱਚ ਸਭ ਤੋਂ ਪਹਿਲਾਂ ਹੋਇਆ ਸੀ। ਸੰਮਤ 16 ਸੇ ਇਕ ਚਾਰੀ, ਭਾਵ ਕਿ 1604 ਸੰਮਤ ਤੇ ਈਸਵੀ ਸਨ 1557 ਦੇ ਕਰੀਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਪ੍ਰਿਥੀ ਚੰਦ ਜੀ ਦਾ ਜਨਮ ਹੋਇਆ ਹੈ। ਉਹਦੇ ਤੋਂ ਬਾਅਦ ਬਾਬਾ ਮਹਾਦੇਵ ਜੀ ਤੇ ਸਭ ਤੋਂ ਛੋਟੇ ਸਨ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਖੈਰ ਬੀਬੀ ਭਾਨੀ ਜੀ ਅਤੇ ਧੰਨ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ 1557 ਈਸਵੀ ਸਨ 1604 ਸੰਮਤ ਨੂੰ ਬਾਬਾ ਪ੍ਰਿਥੀ ਚੰਦ ਜੀ ਦਾ ਜਨਮ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਦਫਾ
ਇੰਜ ਕਹਿ ਲਓ ਆਪਣੇ ਪਹਿਲੇ ਦੋਹਤਰੇ ਦਾ ਮੁਖ ਵੇਖਿਆ ਹੈ। ਸੋ ਬਾਬਾ ਪ੍ਰਿਥੀ ਚੰਦ ਜੀ ਦਾ ਹੁਣ ਪ੍ਰਕਾਸ਼ ਹੋ ਚੁੱਕਾ ਹੈ। ਇਹਦੇ ਤੋਂ ਬਾਅਦ ਇਹਨਾਂ ਦੇ ਗ੍ਰਹਿ ਵਿਖੇ ਬਾਬਾ ਮਹਾਦੇਵ ਜੀ ਦਾ ਜਨਮ ਹੋਇਆ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਉਣ ਵਾਲਾ ਭਵਿੱਖ, ਆਉਣ ਵਾਲਾ ਜਿਹੜਾ ਸਮਾਂ ਹੈ ਉਹ ਬੜੇ ਧਿਆਨ ਨਾਲ ਵੇਖਦੇ ਹਨ। ਜਨਮ ਪ੍ਰਿਥਿਆ ਪ੍ਰਥਮ ਹੰਕਾਰੀ, ਜਨਮਿਓ ਪ੍ਰਿਥਿਆ ਪ੍ਰਥਮ ਹੰਕਾਰੀ। ਸਭ ਤੋਂ ਪਹਿਲੇ ਨੰਬਰ ਤੇ ਗ੍ਰਹਿ ਵਿਖੇ ਬਾਬਾ ਪ੍ਰਿਥੀ ਚੰਦ ਜੀ ਜਨਮੇ ਹਨ। ਹੰਕਾਰੀ ਦਾ ਮਤਲਬ ਹੈ ਸਾਰੀ ਜ਼ਿੰਦਗੀ ਹਉਮੈ ਦੇ ਵਿੱਚ ਹੀ ਰਹੇ ਸਨ। ਪ੍ਰਕਾਸ਼ ਭਾਵੇਂ ਗੁਰੂ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ ਤੇ ਬੜਾ ਲੰਮਾ ਸਮਾਂ ਉਹਨਾਂ ਨੇ ਮਹਾਰਾਜ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਵੀ ਬਤੀਤ ਕੀਤਾ ਤੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਵੀ, ਪਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਗੁਰੂ ਸਾਹਿਬ ਦੇ ਕੋਲੋਂ ਕੁਝ ਸਿੱਖ ਨਹੀਂ ਸਕੇ ਹਨ। ਮਨ ਵਿੱਚ ਹਮੇਸ਼ਾ ਇਹ ਭਾਵ ਰਹਿੰਦਾ ਸੀ ਜਦੋਂ ਵੱਡੇ ਹੋਏ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਮਸੰਦਾਂ ਨੂੰ ਆਪਣੇ ਨਾਲ ਗੰਢਾਂ, ਲੋਕਾਂ ਦੇ ਨਾਲ ਮੇਰੀ ਜਾਣ ਪਛਾਣ ਵੱਧ ਹੋਵੇ, ਤਾਂ ਕਿ ਜਦੋਂ ਗੁਰਤਾ ਗੱਦੀ ਦਾ ਸਮਾਂ ਆਵੇ ਤੇ ਗੁਰੂ ਸਾਹਿਬ ਜੀ ਮੇਰੀ ਚੋਣ ਕਰਨ। ਇਸ ਕਾਰਨ ਕਰਕੇ ਹਮੇਸ਼ਾ ਹੰਕਾਰ ਦੇ ਵਿੱਚ ਆਪ ਜੀ ਰਹਿੰਦੇ ਸਨ। ਉਹਨਾਂ ਨੇ ਐਸੀ ਭਾਵਨਾ ਬਣਾਈ ਸੀ, ਹਿਰਦੈ ਆਨੰਦ ਤੇ ਦੰਪਤ ਹੋਇ ਗਏ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਅਤੇ ਮਾਤਾ ਭਾਨੀ ਜੀ ਆਨੰਦਿਤ ਹਨ, ਕਿਉਂਕਿ ਵਾਹਿਗੁਰੂ ਪਰਮੇਸ਼ਰ ਜੀ ਨੇ ਉਹਨਾਂ ਨੂੰ ਪੁੱਤਰ ਦੀ ਦਾਤ ਦਿੱਤੀ ਹੈ। ਪ੍ਰਤ ਪਾਰਿਓ ਬਹੁ ਲਾਡ ਲੜਾਈ ਕੈ। ਮਾਤਾ ਪਿਤਾ ਹਮੇਸ਼ਾ ਆਪਣੀ ਔਲਾਦ ਨੂੰ, ਬੱਚਿਆਂ ਨੂੰ ਲਾਡ ਕਰਦੇ ਨੇ, ਔਰ ਮਾਤਾ ਪਿਤਾ ਵਾਸਤੇ ਔਲਾਦ ਵਿੱਚ ਫਰਕ ਨਹੀਂ ਹੁੰਦਾ ਹੈ। ਉਹਨਾਂ ਲਈ ਭਾਵੇਂ 2 ਪੁੱਤਰ ਨੇ, 3 ਨੇ, 4 ਨੇ, ਉਹਨਾਂ ਲਈ ਸਾਰੇ ਇੱਕ ਜੈਸੇ ਨੇ। ਉਹ ਵੱਖਰੀ ਗੱਲ ਹੈ ਜਿਹੜਾ ਬੱਚਾ ਸਿਆਣਾ ਹੋਵੇ, ਸੂਝਵਾਨ ਹੋਵੇ, ਚੰਗੇ ਕਰਮ ਕਰਨ ਵਾਲਾ ਹੋਵੇ, ਉਹ ਮਾਤਾ ਪਿਤਾ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹਦਾ ਹੈ। ਤੇ ਜਿਹੜੀ ਔਲਾਦ ਨੇ ਕਰਮੀ ਮਾੜੇ ਕਰਨੇ ਹੋਣ, ਹਮੇਸ਼ਾ ਹੰਕਾਰੀ ਕਰਮ ਕਰਨੇ ਹੋਣ, ਪ੍ਰਿਥੀ ਚੰਦ ਵਰਗਿਆਂ ਨੇ, ਭਾਵੇਂ ਮਾਤਾ ਪਿਤਾ ਸਾਰੇ ਬੱਚਿਆਂ ਨੂੰ ਬਰਾਬਰ ਦਾ ਲਾੜ ਲਡਾਉਂਦੇ ਨੇ, ਪਰ ਐਸਾ ਹੰਕਾਰੀ ਜਿਹੜਾ ਬਾਲਕ ਹੈ ਮਾਤਾ ਪਿਤਾ ਨੂੰ ਵੀ ਕਦੇ ਪਾਏਗਾ ਨਹੀਂ। ਖੈਰ ਜਦੋਂ ਛੋਟੇ ਨੇ ਬਾਬਾ ਪ੍ਰਿਥੀ ਚੰਦ, ਗੁਰੂ ਰਾਮਦਾਸ ਜੀ, ਮਾਤਾ ਭਾਨੀ ਜੀ ਪ੍ਰਸੰਨ ਹਨ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਨ। ਸਮਾਂ ਬਿਤਾਇਓ ਕੇਤਿਕ ਧਾਮ, ਸਮਾਂ ਬਿਤਾਇਓ ਕੇਤਕ ਧਾਮ। ਕੁਝ ਕੁ ਸਮਾਂ ਜਿਹੜਾ ਹੈ ਉਹ ਇਸੇ ਢੰਗ ਦੇ ਨਾਲ ਗ੍ਰਸਤੀ ਜੀਵਨ ਬਤੀਤ ਕਰਦਿਆਂ ਹੋਇਆਂ ਹੋਰ ਵੀ ਲੰਘਿਆ ਸੀ। ਜਨਮਿਓ ਮਹਾਦੇਵ ਅਭਿਰਾਮ, ਜਨਮਿਓ ਮਹਾਦੇਵ ਅਭਿਰਾਮ। ਅਭਿਰਾਮ ਦਾ ਅਰਥ ਕਰੀਏ ਸੰਸਾਰ ਤੋਂ ਵਿਰਕਤ, ਦੁਨੀਆ ਤੋਂ ਪਰੇ ਰਹਿਣ ਵਾਲੇ। ਪਹਿਲਾ ਪੁੱਤਰ ਪ੍ਰਿਥੀ ਚੰਦ ਜਿਹੜਾ ਵੈਸੇ ਹੀ ਹੰਕਾਰੀ ਤੇ ਸੰਸਾਰ ਵਿੱਚ ਫਸਿਆ ਹੋਇਆ, ਤੇ ਦੂਜਾ ਪੁੱਤਰ ਬਿਲਕੁਲ ਸਾਧੂ ਸੁਭਾਅ, ਸੰਸਾਰ ਦਾ ਤਿਆਗੀ, ਜਿਨ੍ਹਾਂ ਨੇ ਜਨਮ ਲੈਣ ਤੋਂ ਬਾਅਦ ਜਿਵੇਂ ਹੀ ਸੁਰਤ ਸੰਭਾਲੀ ਤਿਵੇਂ ਸੰਸਾਰ ਤੋਂ ਉਹਨਾਂ ਦੀ ਸੁਰਤ ਜਿਹੜੀ ਸੀ ਉਹ ਪਰੇ ਹੋ ਗਈ। ਦੁਨੀਆ ਦੇ ਰਿਸ਼ਤੇ ਨਾਤਿਆਂ ਨੂੰ ਆਪ ਜੀ ਕਿਹਾ ਕਰਦੇ ਸਨ, ਦੁਨੀਆ ਦੇ ਰਿਸ਼ਤੇ ਨਾਤੇ ਝੂਠੇ ਨੇ, ਜਿਸ ਕਾਰਨ ਕਰਕੇ ਸੰਸਾਰ ਦੇ ਨਾਤਿਆਂ ਨੇ ਜਦ ਸੰਸਾਰ ਸਾਥ ਇਨਸਾਨ ਦਾ ਨਿਭਾਉਣਾ ਹੀ ਨਹੀਂ, ਤਾਂ ਇਹਨਾਂ ਰਿਸ਼ਤਿਆਂ ਨੂੰ ਵੀ ਨਿਭਾਉਣ ਦਾ ਭਲਾ ਕੀ ਲਾਭ ਹੈ। ਭਾਵ ਇਹ ਕਿ ਉਹ ਵੀ ਸਤਿਗੁਰੂ ਦੇ ਉਪਦੇਸ਼ਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਹਨ। ਇੱਕ ਹੰਕਾਰ ਦੇ ਵਿੱਚ ਰਹਿੰਦਾ ਤੇ ਦੂਜਾ ਕਹਿੰਦਾ ਕਿਸੇ ਪਦਾਰਥ ਦੀ ਜ਼ਰੂਰਤ ਹੀ ਨਹੀਂ, ਸੰਸਾਰ ਛੱਡ ਕੇ ਪਰੇ ਹੋ ਜਾਣਾ ਚਾਹੀਦਾ ਹੈ। ਕੁੱਲ ਮਿਲਾ ਕੇ ਦੋਨੋਂ ਜਿਹੜੇ ਪਹਿਲੇ ਪੁੱਤਰ ਨੇ ਉਹ ਸਤਿਗੁਰੂ ਦੇ ਉਪਦੇਸ਼ਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਸਨ। ਉਹਨਾਂ ਦੀ ਐਸੀ ਹਾਲਤ ਬਣੀ ਸੀ। ਸੰਮਤ ਖੋੜਸ ਸੈ ਹਰਿ ਅਸ਼ਟ, ਸੰਮਤ 16 ਸੇ ਅਦ ਅਸ਼ਟ, 1608 ਸੰਮਤ ਨੂੰ ਤਕਰੀਬਨ 4 ਕੁ ਸਾਲ ਦਾ ਸਮਾਂ ਜਿਹੜਾ ਹੈ ਉਹ ਹੋਰ ਲੰਘਿਆ ਹੈ। 1561 ਈਸਵੀ ਸਨ ਨੂੰ, ਕਿਉਂਕਿ ਈਸਵੀ ਸਨ ਤੇ ਸੰਮਤ ਆਪਸ ਵਿੱਚ ਫਰਕ ਰੱਖਦੇ ਨੇ। ਜਦੋਂ ਈਸਵੀ ਸਨ ਬਣਾਵਾਂਗੇ ਤੇ 1561 ਬਣੇਗਾ। ਦੂਸਰੇ ਪੁੱਤਰ ਬਾਬਾ ਮਹਾਦੇਵ ਜੀ, ਉਹਨਾਂ ਦਾ ਵੀ ਜਨਮ ਹੋਇਆ ਸੀ। ਪ੍ਰਤ ਪਾਰੇ ਦੋਨੋਂ ਕਰ ਪੁਸ਼ਟ, ਦੋਨੋਂ ਪੁੱਤਰਾਂ ਦੀ ਪਾਲਣਾ ਪੋਸ਼ਣਾ ਕੀਤੀ ਹੈ। ਮਾਤਾ ਪਿਤਾ ਨੇ ਸਤਿਕਾਰਯੋਗ ਮਾਤਾ ਭਾਨੀ ਜੀ, ਧੰਨ ਗੁਰੂ ਰਾਮਦਾਸ ਮਹਾਰਾਜ, ਉਹ ਆਪਣੇ
ਪਿਤਾ ਹੋਣ ਦਾ ਤੇ ਮਾਤਾ ਹੋਣ ਦਾ ਦੋਵੇਂ ਫਰਜ਼ ਨਿਭਾ ਰਹੇ ਨੇ, ਕਿਉਂਕਿ ਹਰ ਇਨਸਾਨ ਨੇ ਆਪਣਾ ਫਰਜ਼ ਪੂਰਾ ਕਰਨਾ ਹੈ। ਮਾਂ ਨੇ ਮਾਂ ਹੋਣ ਵਾਲਾ, ਪਿਤਾ ਨੇ ਪਿਤਾ ਵਾਲਾ, ਪੁੱਤਰ ਨੇ ਪੁੱਤਰ ਵਾਲਾ। ਮਾਤਾ ਪਿਤਾ ਨੇ ਆਪਣਾ ਫਰਜ਼ ਪੂਰਾ ਕਰਨਾ ਹੈ। ਅੱਗੋਂ ਹੁਣ ਔਲਾਦ ਤੇ ਹੈ ਕਿ ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਦਿੱਤੇ ਉਪਦੇਸ਼ ਦੇ ਮੁਤਾਬਕ ਚੱਲਣਾ ਹੈ ਜਾਂ ਨਹੀਂ। ਹੁਣ ਗੁਰੂ ਸਾਹਿਬ ਨੇ ਤੇ ਬਰਾਬਰ ਦਾ ਉਪਦੇਸ਼ ਦਿੱਤਾ ਹੈ, ਮਹਾਦੇਵ ਨੂੰ ਵੀ, ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਵੀ ਤੇ ਛੋਟੇ ਪੁੱਤਰ ਧੰਨ ਗੁਰੂ ਅਰਜਨ ਸਾਹਿਬ ਨੂੰ ਵੀ। ਪਰ ਕੋਈ ਪੁੱਤਰ ਗੁਰੂ ਦੇ ਹੁਕਮ ਦੇ ਮੁਤਾਬਕ ਤੁਰਿਆ ਤੇ ਕੋਈ ਨਹੀਂ ਵੀ ਤੁਰਿਆ ਹੈ। ਤਾਂ ਸਤਿਗੁਰੂ ਜੀ ਸਾਰਿਆਂ ਨੂੰ ਬਰਾਬਰ ਦਾ ਉਪਦੇਸ਼ ਦੇ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜੋੜਦੇ ਹਨ। 1610 ਉੱਪਰ ਪਏ 1610 ਉੱਪਰ ਪਏ। 1600 ਤੋਂ 10 ਸੰਮਤ ਜਿਹੜੇ ਨੇ ਉਹ ਉੱਪਰ ਹੋ ਗਏ ਨੇ ਜਦੋਂ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਸ ਸੰਸਾਰ ਵਿੱਚ ਆਏ ਹਨ। ਵਾਰੀ ਵਿਸਾਖ ਸਪਤਮੀ ਥੇ ਦੇਸੀ ਮਹੀਨਿਆਂ ਦੇ ਮੁਤਾਬਕ ਵੈਸਾਖ ਵਦੀ ਸਪਤਮੀ ਦਾ ਦਿਹਾੜਾ ਸੀ, ਤੇ ਜਦੋਂ ਅਸੀਂ ਈਸਵੀ ਸਨ ਬਣਾਵਾਂਗੇ ਤੇ 1563 ਈਸਵੀ ਸਨ ਦਾ ਸਮਾਂ ਹੈ ਜਦੋਂ ਗੁਰੂ ਜੀ ਸੰਸਾਰ ਵਿੱਚ ਆਏ ਹਨ। ਮੇਘ ਪ੍ਰਵਿਸ਼ਟੇ 8-10 ਕੇਰਾ। ਤਾਂ ਇਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਆਏ। ਗੁਰੂ ਅਰਜਨ ਸਾਹਿਬ ਮਹਾਰਾਜ, ਉਹਨਾਂ ਦਾ ਸੁਭਾਅ ਪਹਿਲੇ ਦੋਨਾਂ ਭਰਾਵਾਂ ਦੇ ਨਾਲੋਂ ਬਿਲਕੁਲ ਅਲੱਗ ਸੀ। ਪ੍ਰਿਥੀ ਚੰਦ ਦਾ ਸੁਭਾਅ ਸੰਸਾਰੀ ਹੈ, ਮਹਾਦੇਵ ਜੀ ਦਾ ਸੁਭਾਅ ਦੁਨੀਆ ਤੋਂ ਵਿਰਕਤ ਰਹਿਣ ਵਾਲਾ ਹੈ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਤਿਗੁਰੂ ਜੀ ਗੁਰੂ ਹੁਕਮਾਂ ਨੂੰ ਮੰਨਣ ਵਾਲੇ ਹਨ। ਉਹਨਾਂ ਨੂੰ ਪਤਾ ਹੈ ਕਿ ਸਿੱਖ ਨੇ ਰਹਿਣਾ ਤਾਂ ਸੰਸਾਰ ਦੇ ਵਿੱਚ ਹੀ ਹੈ, ਸੰਸਾਰ ਚੋਂ ਭੱਜਣਾ ਨਹੀਂ, ਪਰ ਸੰਸਾਰ ਦੇ ਵਿੱਚ ਰਹਿ ਕੇ ਨਿਰੰਕਾਰ ਦੀ ਪ੍ਰਾਪਤੀ ਕਰਨੀ ਹੈ। ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਜਿਵੇਂ ਕਮਲ ਦਾ ਫੁੱਲ ਰਹਿੰਦਾ ਤਾਂ ਚਿੱਕੜ ਦੇ ਵਿੱਚ ਹੀ ਹੈ, ਪਰ ਚਿੱਕੜ ਦੇ ਵਿੱਚ ਉਹ ਲਿਪਤ ਨਹੀਂ ਹੁੰਦਾ ਹੈ, ਉਹ ਚਿੱਕੜ ਤੋਂ ਉੱਪਰ ਉੱਠ ਜਾਂਦਾ ਹੈ। ਇਸ ਕਰਕੇ ਸੰਸਾਰ ਦੇ ਵਿੱਚੋਂ ਭੱਜਣਾ ਵੀ ਨਹੀਂ ਹੈ ਤੇ ਸੰਸਾਰ ਦੇ ਵਿੱਚ ਲਿਬੜਨਾ ਵੀ ਨਹੀਂ ਹੈ। ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਦੁਨੀਆ ਦੇ ਵਿਕਾਰਾਂ ਤੋਂ ਉੱਪਰ ਉੱਠ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਨਾ ਹੈ। ਮੰਗਲਵਾਰ ਲਗਨ ਸ਼ੁਭੇਰਾ। ਜਦੋਂ ਸਤਿਗੁਰੂ ਜੀ ਆਏ ਸਨ ਸੰਸਾਰ ਤੇ ਮੰਗਲਵਾਰ ਦਾ ਉਸ ਵਕਤ ਦਿਹਾੜਾ ਸੀ ਜਦੋਂ ਗੁਰੂ ਸਾਹਿਬ ਜੀ ਦਾ ਆਗਮਨ, ਉਹਨਾਂ ਦਾ ਪ੍ਰਕਾਸ਼ ਹੋਇਆ। ਉਹਨਾਂ ਸੰਸਾਰ ਤੇ ਕਿਰਪਾ ਵਰਤਾਈ ਸੀ। ਜੁਗਮ ਜਾਮ ਜਾਮਨੀ ਤਵੇ। ਤਕਰੀਬਨ ਅੱਧੀ ਕੁ ਰਾਤ ਦਾ ਸਮਾਂ ਸੀ। ਜੁਗਮ ਦਾ ਮਤਲਬ ਹੁੰਦਾ 2 ਕੁ ਪਹਿਰ, ਸਮਝੋ ਰਾਤ ਬਤੀਤ ਹੋ ਗਈ ਸੀ ਤੇ 2 ਕੁ ਪਹਿਰ ਰਾਤਰੀ ਦਾ ਸਮਾਂ ਅਜੇ ਬਾਕੀ ਸੀ ਜਦੋਂ ਗੁਰੂ ਜੀ ਸੰਸਾਰ ਵਿੱਚ ਆਏ ਸਨ। ਹੋਤੋ ਨਿਸ਼ਤਰ ਰੋਹਿਣੀ ਤਵੇ। ਜੋਤਿਸ਼ ਸ਼ਾਸਤਰ ਦੇ ਮੁਤਾਬਕ ਰੋਹਿਣੀ ਨਛੱਤਰ ਦਾ ਉਹ ਵਕਤ ਸੀ ਜਦੋਂ ਗੁਰੂ ਸਾਹਿਬ ਜੀ ਆਏ। ਭਾਈ ਸਾਹਿਬ ਨੇ ਇਹ ਬਾਹਰੀ ਜੋ ਆਮ ਤੌਰ ਤੇ ਲੋਕ ਜਿਨ੍ਹਾਂ ਚੀਜ਼ਾਂ ਨੂੰ ਵੇਖਦੇ ਨੇ ਤੇ ਉਹਨਾਂ ਦਾ ਜ਼ਿਕਰ ਕਰ ਦਿੱਤਾ ਹੈ ਵੀ ਕਿਹੜਾ ਦਿਹਾੜਾ ਸੀ, ਕਿਹੜਾ ਵਾਰ ਕਹਿ ਲਓ, ਕਿਹੜੀ ਤਰੀਕ ਹੈ, ਕਿਹੜਾ ਸੰਮਤ ਹੈ। ਤੇ ਜੋਤਸ਼ੀ ਲੋਕ ਜਿਹੜੇ ਨਛੱਤਰ ਗ੍ਰਹਿ ਵਗੈਰਾ ਵੇਖਦੇ ਨੇ ਉਹਦਾ ਵੀ ਨਾਲ ਜ਼ਿਕਰ ਕਰ ਦਿੱਤਾ ਹੈ। ਪਰ ਸਤਿਗੁਰੂ ਦੇ ਆਉਣ ਦਾ ਇਹਨਾਂ ਚੀਜ਼ਾਂ ਦੇ ਨਾਲ ਭਾਵ ਨਹੀਂ। ਇਹ ਤਾਂ ਚਲੋ ਜਦੋਂ ਗੱਲ ਇਤਿਹਾਸ ਦੀ ਕਰਨੀ ਹੁੰਦੀ ਹੈ ਉਦੋਂ ਤਰੀਕਾਂ ਦਾ ਵੀ ਜ਼ਿਕਰ ਕਰਨਾ ਪੈਂਦਾ ਹੈ ਕਿ ਇਸ ਤਰੀਕ ਨੂੰ ਗੁਰੂ ਸਾਹਿਬ ਜੀ ਦਾ ਆਗਮਨ ਹੋਇਆ, ਇਸ ਤਰੀਕ ਨੂੰ ਸਤਿਗੁਰੂ ਜੋਤੀ ਜੋਤ ਸਮਾ ਗਏ। ਇਹ ਤਾਂ ਸਰੀਰ ਦੀ ਖੇਡ ਬਿਆਨ ਕੀਤੀ ਜਾਂਦੀ ਹੈ, ਪਰ ਸਤਿਗੁਰੂ ਜਿਹੜੇ ਕਿ ਦੁਨੀਆ ਦਾ ਉਧਾਰ ਕਰਨ ਵਾਸਤੇ ਇੱਥੇ ਆਉਂਦੇ ਹਨ, ਉਹ ਤਾਂ ਕੇਵਲ ਕੁਝ ਸਮੇਂ ਲਈ ਸੰਸਾਰ ਦੇ ਵਿੱਚ ਖੇਡ ਵਰਤਾ ਕੇ ਚਲੇ ਜਾਂਦੇ ਨੇ। ਪਰ ਇਹਦਾ ਭਾਵ ਇਹ ਨਹੀਂ ਹੈ ਕਿ ਗੁਰੂ ਜੀ ਸਾਡੇ ਵਰਗਿਆਂ ਦੀ ਤਰ੍ਹਾਂ ਦੁਨੀਆ ਵਿੱਚ ਆਏ ਤੇ ਆਮ ਲੋਕਾਂ ਦੀ ਤਰ੍ਹਾਂ ਇੱਕ ਦਿਹਾੜੇ ਮੌਤ ਹੋਈ ਤੇ ਸੰਸਾਰ ਦੇ ਵਿੱਚੋਂ ਤੁਰ ਗਏ। ਮਹਾਰਾਜ ਤਾਂ ਕੇਵਲ ਦੁਨੀਆ ਦੇ ਵਿੱਚ ਸੁਧਾਰ ਵਾਸਤੇ, ਸੰਸਾਰ ਦੇ ਪਾਰ ਉਤਾਰੇ ਲਈ ਆਉਂਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਸਤਿਗੁਰੂ ਜੀ ਕਿਹੜੇ ਵੀ ਨਛੱਤਰ ਵਿੱਚ ਜਨਮੇ ਹੋਣ, ਮਹਾਰਾਜ ਜੀ ਤਾਂ ਆਏ ਹੀ ਸੰਸਾਰ ਤੇ ਪ੍ਰਕਾਸ਼ ਕਰਨ ਵਾਸਤੇ ਨੇ। ਜੋਤਿਸ਼ ਸ਼ਾਸਤਰ ਦੇ ਮੁਤਾਬਕ ਭਾਵੇਂ ਉਦੋਂ ਵਕਤ ਮਾੜਾ ਵੀ ਕਿਉਂ ਨਾ ਚੱਲ ਰਿਹਾ ਹੋਵੇ, ਉਹ ਗਿਣਦੇ ਨੇ ਨਾ, ਆਹ ਮਹੂਰਤ ਚੰਗਾ ਹੈ, ਆਹ ਮਹੂਰਤ ਮਾੜਾ ਹੈ, ਆਹ ਲਗਨ ਚੰਗਾ ਹੈ, ਆਹ ਲਗਨ ਮਾੜਾ ਹੈ, ਆਹ ਦਿਨ ਚੰਗਾ, ਆਹ ਦਿਨ ਮਾੜਾ। ਲੋਕਾਂ ਦੀਆਂ ਨਜ਼ਰਾਂ ਵਿੱਚ ਜਿਹੜਾ ਦਿਨ ਮਹੂਰਤ ਮਰਜ਼ੀ ਮਾੜਾ ਜਾਂ ਚੰਗਾ ਹੋਵੇ, ਜਦੋਂ ਸਤਿਗੁਰੂ ਜੀ ਦਾ ਆਗਮਨ ਹੋਇਆ ਉਹ ਲਗਨ ਆਪਣੇ ਆਪ ਹੀ ਚੰਗੇ ਹੋ ਜਾਣਗੇ, ਉਹ ਮਹੂਰਤ ਆਪਣੇ ਆਪ ਹੀ ਸੋਹਣੇ ਹੋ ਗਏ ਜਦੋਂ ਸਤਿਗੁਰੂ ਜੀ ਆ ਗਏ। ਇਸ ਕਰਕੇ ਗੁਰੂ ਜੀ ਦੇ ਤੇ ਆਉਣ ਦੇ ਨਾਲ ਹੀ ਸਾਰੀ ਕਿਰਪਾ ਆ ਗਈ।
ਤਾਂ ਹਜ਼ੂਰ ਜੀ ਦੁਨੀਆ ਦੇ ਉਧਾਰ ਲਈ ਸੁਧਾਰ ਲਈ ਇਸ ਸੰਸਾਰ ਵਿੱਚ ਆਏ ਹਨ। ਸ੍ਰੀ ਗੁਰੂ ਅਰਜਨ ਕੁਲ ਨਵ ਚੰਦ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹ ਨੇ ਜਿਹੜੇ ਕੁਲ ਨਵ ਚੰਦ, ਕੁਲ ਦਾ ਮਤਲਬ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਵਾਲੀ ਕੁਲ, ਨਵ ਕਹਿੰਦੇ ਆਕਾਸ਼, ਚੰਦ ਨੂੰ ਕਹਿੰਦੇ ਚੰਦਰਮਾ ਨੂੰ। ਜਿਵੇਂ ਚੰਦਰਮਾ ਆਕਾਸ਼ ਦੇ ਵਿੱਚ ਸ਼ੋਭਾ ਪਾਉਂਦਾ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੀ ਕੁੱਲ ਰੂਪੀ ਆਕਾਸ਼ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਮਾਨੋ ਚੰਦਰਮਾ ਬਣ ਕੇ ਪ੍ਰਗਟ ਹੋਏ ਨੇ। ਰੁਸ਼ਨਾਉਣ ਵਾਸਤੇ, ਚਾਨਣ ਦੇਣ ਵਾਸਤੇ ਸਤਿਗੁਰੂ ਜੀ ਸੰਸਾਰ ਵਿੱਚ ਆਏ। ਤੇ ਭੱਟ ਸਾਹਿਬਾਨ ਜੀ ਨੇ ਆਪਣੀ ਬਾਣੀ 'ਚ ਬਚਨ ਬਹੁਤ ਪਿਆਰੇ ਢੰਗ ਦੇ ਨਾਲ ਉਚਾਰਨ ਕੀਤੇ ਨੇ ਕਿ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਭੱਟ ਕਲਸਹਾਰ ਜੀ ਨੇ ਬਚਨ ਉਚਾਰਨ ਕੀਤੇ ਨੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਮਾਨੋ ਭਗਤੀ ਦਾ ਰੂਪ ਪੈਦਾ ਹੋਏ ਨੇ। ਗੁਰੂ ਸਾਹਿਬ ਜੀ ਦਾ ਸਰੀਰ ਭਾਵੇਂ ਆਮ ਸਰੀਰਾਂ ਵਰਗਾ ਦਿਸ ਰਿਹਾ, ਪਰ ਭੱਟ ਸਾਹਿਬ ਜੀ ਲਿਖਦੇ ਨੇ ਮੈਨੂੰ ਇੰਜ ਲੱਗਦਾ ਜਿਵੇਂ ਭਗਤੀ ਨੇ ਜਨਮ ਲੈ ਲਿਆ ਹੋਵੇ। ਭਗਤ ਉਤਰ ਆਇਓ, ਭਗਤ ਬਣ ਕੇ ਇਸ ਸੰਸਾਰ ਵਿੱਚ ਆਏ ਹਨ। ਲੀਨੋ ਜਨਮ ਆਨੰਦ ਵਿਲੰਦ। ਜਨਮ ਲਿਆ ਗੁਰੂ ਸਾਹਿਬ ਜੀ ਨੇ ਆਮ ਜੀਵਾਂ ਦੀ ਤਰ੍ਹਾਂ, ਜਿਵੇਂ ਬਾਕੀ ਜੀਵ ਸੰਸਾਰ ਵਿੱਚ ਆਉਂਦੇ ਨੇ। ਉਹਨਾਂ ਦਾ ਆਉਣਾ ਭਾਵੇਂ ਆਮ ਲੋਕਾਂ ਵਰਗਾ ਦਿਸਦਾ ਹੈ, ਪਰ ਉਹ ਆਏ ਆਮ ਲੋਕਾਂ ਵਰਗੇ ਕੰਮ ਕਰਨ ਵਾਸਤੇ ਨਹੀਂ ਹਨ। ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਦੇ ਆਗਮਨ ਤੋਂ ਬਾਅਦ ਬਹੁਤ ਮਿਹਰ ਭਰੇ ਬਚਨ ਆਪਣੀ ਰਸਨਾ ਤੋਂ ਕਹੇ ਸੀ। ਜਿਵੇਂ ਜਿਵੇਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਤਿਗੁਰੂ ਜੀ ਉਮਰ ਦੇ ਤਲ ਤੇ ਵੱਡੇ ਹੋ ਰਹੇ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦਿਹਾੜੇ ਖੇਡਦੇ ਖੇਡਦੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਿੱਥੇ ਵਿਸ਼ਰਾਮ ਕਰਿਆ ਕਰਦੇ ਸੀ ਉੱਥੇ ਚਲੇ ਗਏ ਸਨ। ਤੇ ਮਹਾਰਾਜ ਜੀ ਜਿਵੇਂ ਆਮ ਤੌਰ ਤੇ ਬਾਲਕ ਉੱਪਰ ਮੰਜੇ ਤੇ ਜਾਂ ਬੈੱਡ ਦੇ ਉੱਪਰ ਚੜ੍ਹਨ ਦਾ ਯਤਨ ਕਰਦਾ ਹੈ, ਜਿਹੜੇ ਆਸਣ ਦੇ ਉੱਪਰ ਧੰਨ ਗੁਰੂ ਅਮਰਦਾਸ ਜੀ ਬਿਰਾਜੇ ਨੇ ਉਸ ਆਸਣ ਦੇ ਉੱਪਰ ਚੜ੍ਹਨ ਦਾ ਯਤਨ ਕਰ ਰਹੇ ਸੀ ਗੁਰੂ ਅਰਜਨ ਸਾਹਿਬ ਬਾਲ ਉਮਰ ਦੇ ਵਿੱਚ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੇਖਿਆ ਜਦੋਂ ਉੱਪਰ ਚੜ੍ਹਨ ਦਾ ਯਤਨ ਕਰ ਰਹੇ ਨੇ ਗੁਰੂ ਅਰਜਨ ਸਾਹਿਬ, ਤੇ ਮਹਾਰਾਜ ਨੇ ਇੱਕ ਵਚਨ ਕਿਹਾ ਸੀ, ਕਹਿਣ ਲੱਗੇ ਪੁੱਤਰ ਬੈਠਣਾ ਤਾਂ ਇਸੇ ਜਗ੍ਹਾ ਤੇ ਹੀ ਹੈ, ਤੁਸੀਂ ਬੈਠਣਾ ਇਸੇ ਸਥਾਨ ਦੇ ਉੱਪਰ ਹੀ ਹੈ, ਪਰ ਉਹ ਵਕਤ ਅਜੇ ਬਾਕੀ ਹੈ। ਆਉਣ ਵਾਲੇ ਸਮੇਂ ਅੰਦਰ ਜਿੱਥੇ ਅੱਜ ਅਸੀਂ ਬੈਠੇ ਹੋਏ ਹਾਂ ਇੱਥੇ ਤੁਹਾਡਾ ਸਥਾਨ ਹੋਏਗਾ। ਭਾਵ ਕਿ ਮਹਾਰਾਜ ਜੀ ਤਾਂ ਆਉਣ ਵਾਲਾ ਵਕਤ ਵੇਖ ਰਹੇ ਸਨ ਕਿ ਇੱਕ ਦਿਹਾੜੇ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਸਾਡੇ ਇਸੇ ਸਭ ਤੋਂ ਛੋਟੇ ਦੋਤੇ ਨੇ ਬਣਨਾ ਹੈ। ਉਹਨਾਂ ਵਾਸਤੇ ਸ਼ਬਦ ਵਰਤਿਆ ਸੀ, ਦੋਹਿਤਾ ਬਾਣੀ ਕਾ ਬੋਇਥਾ। ਇਹ ਸਾਡਾ ਦੋਤਾ ਨਹੀਂ, ਇਹ ਤੇ ਬਾਣੀ ਦਾ ਬੋਇਤ, ਬਾਣੀ ਦਾ ਜਹਾਜ਼ ਹੋਏਗਾ ਜੋ ਗੁਰਬਾਣੀ ਰੂਪੀ ਐਸਾ ਜਹਾਜ਼ ਤਿਆਰ ਕਰੇਗਾ ਜਿਹਦੇ ਤੇ ਚੜ੍ਹ ਕੇ ਦੁਨੀਆ ਦਾ ਕੋਈ ਵੀ ਇਨਸਾਨ ਇਸ ਸੰਸਾਰ ਵਾਲੇ ਭਵਜਲ ਤੋਂ ਪਾਰ ਹੋ ਸਕੇਗਾ। ਤਾਂ ਇਸ ਤਰ੍ਹਾਂ ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਕਹਿ ਲਓ ਉਹ ਆਪਣੀ ਰਸਨਾ ਤੋਂ ਪਹਿਲਾਂ ਤੋਂ ਕਰ ਦਿੱਤੀ ਹੋਈ ਸੀ। ਇਹ ਹਜ਼ੂਰ ਨੇ ਕਿਰਪਾ ਕੀਤੀ ਸੀ। ਸਦਨ ਨਾਨਕੇ ਭਏ ਵਡੇਰੇ। ਸਦਨ ਨਾਨਕੇ ਭਏ ਵਡੇਰੇ। ਨਾਨਕੇ ਪਰਿਵਾਰ ਦੇ ਵਿੱਚ ਹੀ ਆਪ ਜੀ ਵੱਡੇ ਹੋਏ ਗੁਰੂ ਅਰਜਨ ਸਾਹਿਬ, ਤੇ ਉਹਨਾਂ ਦੇ ਦੋਨੋਂ ਜਿਹੜੇ ਵੱਡੇ ਭਰਾ ਨੇ ਨਾਨਕੇ ਪਰਿਵਾਰ ਦੇ ਵਿੱਚ ਉਹਨਾਂ ਦਾ ਪਾਲਣ ਪੋਸ਼ਣ ਹੋਇਆ, ਕਿਉਂਕਿ ਇੱਥੇ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਰਹਿ ਰਹੇ ਸਨ। ਇੱਥੇ ਰਹਿ ਕੇ ਆਪ ਜੀ ਸੇਵਾ ਕਰਿਆ ਕਰਦੇ ਸੀ, ਔਰ ਹਜ਼ੂਰ ਜੀ ਨੇ ਸੇਵਾ ਕਰਨ ਲੱਗਿਆਂ ਕਦਾਚਿਤ ਵੀ ਆਪਣਾ ਮੁਖ ਨਹੀਂ ਸੀ ਮੋੜਿਆ। ਪਹਿਲਾਂ ਵੀ ਸੇਵਾ ਕਰਿਆ ਕਰਦੇ ਸਨ, ਤੇ ਮਾਤਾ ਭਾਨੀ ਜੀ ਦੇ ਨਾਲ ਵਿਆਹ ਹੋ ਜਾਣ ਤੋਂ ਬਾਅਦ ਵੀ ਆਪ ਜੀ ਸੇਵਾ ਕਰਿਆ ਕਰਦੇ ਸਨ। ਤੇ ਬੜੇ ਲੋਕਾਂ ਦੇ ਮਨ ਵਿੱਚ ਆਉਂਦਾ ਸੀ ਕਿ ਹੁਣ ਤਾਂ ਮਹਾਰਾਜ ਜੀ ਦੇ ਨਾਲ ਇਹਨਾਂ ਦਾ ਜਵਾਈ ਵਾਲਾ ਰਿਸ਼ਤਾ ਹੋ ਗਿਆ, ਤੇ ਜਵਾਈ ਸਹੁਰਿਆਂ ਦੇ ਘਰ ਵਿੱਚ ਕੰਮ ਥੋੜਾ ਕਰਿਆ ਕਰਦੇ ਨੇ। ਉਂਝ ਵੀ ਆਪਾਂ ਵੇਖਦੇ ਹਾਂ ਸੰਸਾਰ ਵਿੱਚ ਜਵਾਈ ਪੁਣੇ ਦਾ ਜਿਹੜਾ ਹੰਕਾਰ ਹੈ ਇਹ ਤਕਰੀਬਨ ਆਪਾਂ ਨੂੰ ਨਜ਼ਰ ਆਏਗਾ ਦੁਨੀਆ ਦੇ ਵਿੱਚ। ਬੰਦਾ ਘਰ ਦੇ ਵਿੱਚ ਭਾਵੇਂ ਸੁੱਕੀ ਰੋਟੀ ਕਿਉਂ ਨਾ ਖਾ ਰਿਹਾ ਹੋਵੇ, ਪਰ ਸਹੁਰੇ ਘਰ ਵਿੱਚ ਜਾ ਕੇ ਤਾਂ ਵੇਖਦਾ ਹੀ ਹੈ ਨਾ ਵੀ ਉੱਥੇ ਘਿਓ ਦੇ ਨਾਲ ਚੋਪੜੀਆਂ ਮਿਲਣੀਆਂ ਚਾਹੀਦੀਆਂ ਨੇ। ਨਾ ਮਿਲਣ ਤੇ ਬੁਰਾ ਭਲਾ ਵੀ ਬੋਲਿਆ ਜਾਂਦਾ, ਕਈ ਵਾਰ ਮਾੜੇ ਸ਼ਬਦ ਵੀ ਕਹੇ ਜਾਂਦੇ ਨੇ। ਹੋਰ ਕਿਸੇ ਜਗ੍ਹਾ ਤੇ ਜ਼ੋਰ ਨਾ ਚੱਲੇ ਤੇ ਆਪਣੀ ਪਤਨੀ ਨੂੰ ਮਾੜਾ ਬੋਲਿਆ ਜਾਂਦਾ ਹੈ। ਇਸ ਕਾਰਨ ਕਰਕੇ ਸੰਸਾਰ ਦੇ ਵਿੱਚ ਜਵਾਈ ਪੁਣੇ ਦਾ ਜਿਹੜਾ ਹੰਕਾਰ ਹੈ ਬੜਾ ਵੱਡਾ ਗਿਣਿਆ ਜਾਂਦਾ ਹੈ। ਇਹ ਵੀ ਇੱਕ ਹਉਮੈ ਹੈ, ਤੇ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਨੇ ਸਾਨੂੰ ਸਿਖਾਇਆ ਹੈ ਵੀ ਇਹ ਵੀ ਹੰਕਾਰ ਨਹੀਂ ਚਾਹੀਦਾ ਹੈ।
ਗੁਰੂ ਅਮਰਦਾਸ ਮਹਾਰਾਜ ਰਿਸ਼ਤੇ ਵਿੱਚ ਉਹਨਾਂ ਦੇ ਸਹੁਰਾ ਲੱਗਦੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਜਵਾਈ ਨੇ। ਪਰ ਤੁਸੀਂ ਵੇਖੋ ਜਦੋਂ ਗੋਇੰਦਵਾਲ ਸਾਹਿਬ ਦੇ ਵਿੱਚ ਬੌਲੀ ਦਾ ਨਿਰਮਾਣ ਹੋਇਆ, ਬੌਲੀ ਸਾਹਿਬ ਬਣਾਈ ਗੁਰੂ ਅਮਰਦਾਸ ਜੀ ਨੇ, ਤੇ ਇੱਥੇ ਜ਼ਮੀਨ ਪੁੱਟਣ ਦੀ ਸੇਵਾ ਤੇ ਮਿੱਟੀ ਦੀਆਂ ਟੋਕਰੀਆਂ ਢੋਣ ਦੀ ਸੇਵਾ ਬਾਕੀ ਸੰਗਤ ਦੇ ਨਾਲ ਗੁਰੂ ਰਾਮਦਾਸ ਜੀ ਆਪ ਕਰਿਆ ਕਰਦੇ ਸੀ। ਆਪ ਹੀ ਮਹਾਰਾਜ ਜੀ ਨੇ ਕਈ ਫੜ ਲੈਣੀ, ਆਪ ਹੀ ਮਿੱਟੀ ਪੁੱਟਣੀ, ਟੋਕਰੀਆਂ ਭਰਨੀਆਂ, ਸਿਰ ਤੇ ਮਿੱਟੀ ਚੱਕਣੀ, ਦੂਰ ਸੁੱਟ ਕੇ ਆਉਣੀ। ਕੌਣ ਸੇਵਾ ਕਰਦਾ ਭਲਾ ਇੰਨੀ ਜ਼ਿਆਦਾ? ਔਰ ਉਹ ਵੀ ਉਸ ਵਕਤ ਜਦੋਂ ਗੁਰੂ ਸਾਹਿਬ ਦੇ ਨਾਲ ਉਹਨਾਂ ਦਾ ਇੱਕ ਬਹੁਤ ਜ਼ਿਆਦਾ ਨੇੜੇ ਦਾ ਰਿਸ਼ਤਾ ਜੁੜ ਚੁੱਕਾ ਹੈ, ਤਾਂ ਉਹਨਾਂ ਨੇ ਮਨ ਮਾਰ ਕੇ ਸੇਵਾ ਕੀਤੀ। ਉਹਨਾਂ ਇਹ ਕਦੇ ਇਜ਼ਹਾਰ ਕੀਤਾ ਹੀ ਨਹੀਂ ਇਸ ਗੱਲ ਦਾ ਵੀ ਮੈਂ ਆਪਣੇ ਸਹੁਰਿਆਂ ਦੇ ਘਰ ਦੇ ਵਿੱਚ ਹਾਂ ਤੇ ਇੱਥੇ ਮੇਰੀ ਹੁਣ ਚੱਲਣੀ ਚਾਹੀਦੀ ਹੈ। ਕੋਈ ਮਨ ਵਿੱਚ ਹਉਮੈ ਨਹੀਂ, ਕੋਈ ਹੰਕਾਰ ਨਹੀਂ। ਹਾਲਾਂਕਿ ਧੰਨ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਨ ਜੀ ਹੰਕਾਰ ਕਰਦੇ ਰਹੇ ਕਿ ਮੈਂ ਗੁਰੂ ਸਾਹਿਬ ਦਾ ਪੁੱਤਰ ਹਾਂ, ਗੁਰਤਾ ਗੱਦੀ ਤਾਂ ਮੈਨੂੰ ਮਿਲੇਗੀ। ਪਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਿੱਤ ਵਿੱਚ ਕਦਾਚਿਤ ਕੋਈ ਹਉਮੈ ਨਹੀਂ। ਨਿਮਰਤਾ, ਪਿਆਰ, ਸਤਿਕਾਰ, ਸੰਗਤ ਨਾਲ ਮਿੱਠਾ ਬੋਲਣਾ ਉਹਨਾਂ ਕਦੇ ਜਤਾਇਆ ਹੀ ਨਹੀਂ। ਉਹਨਾਂ ਤੇ ਇਹ ਜਾਣਿਆ ਕਿ ਮੈਂ ਗਰੀਬ ਹਾਂ ਤੇ ਗੁਰੂ ਸਾਹਿਬ ਦੀ ਮੇਰੇ ਤੇ ਮਿਹਰ ਵਰਤੀ ਹੈ, ਬਸ। ਗੁਰੂ ਨੂੰ ਗੁਰੂ ਹੀ ਜਾਣਿਆ, ਉੱਥੇ ਰਿਸ਼ਤਾ ਨਹੀਂ ਗੁਰੂ ਸਾਹਿਬ ਨੇ ਵੇਖਿਆ। ਸਤਿਗੁਰੂ ਨੂੰ ਕੇਵਲ ਸਤਿਗੁਰੂ ਹੀ ਜਾਣਿਆ ਹੈ। ਜਦੋਂ ਅਸੀਂ ਗੁਰੂ ਸਾਹਿਬ ਦੇ ਨਾਲ ਵੀ ਇਵੇਂ, ਜਿਵੇਂ ਪਿੱਛੇ ਆਪਾਂ ਸਾਖੀ ਵਿਚਾਰੀ ਸੀ, ਮਹਾਰਾਜ ਜਦੋਂ ਸੰਗਤ ਤੇ ਕਿਰਪਾ ਵਰਤਾਉਣ ਵਾਸਤੇ ਗਏ ਸਨ ਤੇ ਮਿਲੇ ਸੀ ਮਹਾਰਾਜ ਨੂੰ ਦੋ ਸਿੱਖ ਜਿਹੜੇ ਕਹਿੰਦੇ ਸੀ ਮਹਾਰਾਜ ਤੁਹਾਡੇ ਵਾਲੀ ਕੁੱਲ ਵੀ ਸਾਡੇ ਵਾਲੀ, ਉਹ ਵੀ ਕਿਤੇ ਭੱਲਿਆਂ ਦੀ ਕੁੱਲ ਵਿੱਚੋਂ ਸਨ। ਉਹਨਾਂ ਕਿਹਾ ਮਹਾਰਾਜ ਤੁਸੀਂ ਵੀ ਭੱਲਿਆਂ ਦੀ ਕੁੱਲ ਚੋਂ, ਅਸੀਂ ਵੀ ਭੱਲਿਆਂ ਦੀ ਕੁੱਲ ਵਿੱਚੋਂ। ਤੇ ਮਹਾਰਾਜ ਨੇ ਹੱਸ ਕੇ ਕਿਹਾ ਸੀ ਤੁਸੀਂ ਕਿਹੜੇ ਚੱਕਰ 'ਚ ਪੈ ਗਏ, ਗੁਰੂ ਦੀ ਤੇ ਕੁੱਲ ਹੀ ਕੋਈ ਨਹੀਂ ਹੁੰਦੀ। ਜਾਂ ਤੁਸੀਂ ਗੁਰੂ ਦੀਆਂ ਵੀ ਕੁੱਲਾਂ ਹੀ ਵੇਖਣ ਲੱਗ ਪਓਗੇ ਮਹਾਰਾਜ ਸਾਡੀ ਕੁੱਲ ਵਿੱਚ ਆਉਂਦੇ, ਤੇ ਫਿਰ ਇਹਦਾ ਮਤਲਬ ਤੁਸੀਂ ਗੁਰੂ ਨੂੰ ਤੇ ਗੁਰੂ ਅਜੇ ਤੱਕ ਜਾਣਿਆ ਹੀ ਨਹੀਂ। ਗੁਰੂ ਪਰਮੇਸ਼ਰ ਦਾ ਰੂਪ ਹੈ, ਰੱਬ ਦੀ ਕਿਹੜੀ ਕੁੱਲ ਕਿਹੜੀ ਜਾਤ ਆਪਾਂ ਮਿਲਾਂਗੇ। ਗੁਰੂ ਜੀ ਤੇ ਸੰਸਾਰ ਵਿੱਚ ਆਏ ਨੇ ਉਧਾਰ ਵਾਸਤੇ। ਗੁਰੂ ਦੀਆਂ ਕੁੱਲਾਂ ਨਹੀਂ ਵੇਖਣੀਆਂ, ਜਾਤ ਨਹੀਂ ਵੇਖਣੀ, ਬਰਾਦਰੀ ਨਹੀਂ ਵੇਖਣੀ, ਇਹਨੂੰ ਛੱਡ ਕੇ ਫਿਰ ਦੇਖਣਾ ਪਏਗਾ। ਮਹਾਰਾਜ ਨੇ ਇਹ ਸਮਝਾਇਆ ਸੀ ਵੀ ਇਹ ਨਾ ਵੇਖੋ ਵੀ ਗੁਰੂ ਦੀ ਕੁੱਲ ਕਿਹੜੀ ਤੇ ਤੁਹਾਡੀ ਕੁੱਲ ਕਿਹੜੀ। ਗੁਰੂ ਨੂੰ ਗੁਰੂ ਜਾਣੋ ਤੇ ਆਪਣੇ ਆਪ ਨੂੰ ਸਿੱਖ ਬਣਾਉਣ ਦਾ ਯਤਨ ਕਰੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੋਈ ਰਿਸ਼ਤਾ ਨਹੀਂ ਵੇਖਿਆ। ਉਹਨਾਂ ਇਹ ਜਾਣਿਆ ਵੀ ਸਤਿਗੁਰੂ ਨੇ ਤੇ ਅਸਾਂ ਸਤਿਗੁਰੂ ਦੀ ਸੇਵਾ ਕਰਨੀ ਹੈ। ਆਹ ਭਾਵਨਾ ਸੀ ਜਿਹਦੇ ਤੇ ਰੀਝੇ ਸੀ ਧੰਨ ਗੁਰੂ ਅਮਰਦਾਸ ਮਹਾਰਾਜ, ਤੇ ਹਜ਼ੂਰ ਨੇ ਉਹਨਾਂ ਤੇ ਕਿਰਪਾ ਵਰਤਾਈ ਸੀ। ਬਾਲਿਆਰ ਬਲੀ ਤਰਨ ਸੁਫੇਰੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਲਪਣ ਦੇ ਵਿੱਚ, ਬਚਪਨ ਦੇ ਸਮੇਂ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦ ਵਿੱਚ ਖੇਡਦੇ ਰਹੇ ਨੇ। ਵੈਸੇ ਤਾਂ ਤਿੰਨਾਂ ਦੋਹਤਿਆਂ ਨੂੰ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਗੋਦ ਵਿੱਚ ਖੇਡਣ ਦਾ ਸਮਾਂ ਮਿਲਿਆ ਹੈ। ਔਰ ਯਾਦ ਰੱਖਣਾ ਸਭ ਤੋਂ ਵੱਧ ਸਮਾਂ ਮਿਲਿਆ ਹੈ ਪ੍ਰਿਥੀ ਚੰਦ ਨੂੰ। ਗੁਰੂ ਅਰਜਨ ਸਾਹਿਬ ਮਹਾਰਾਜ ਤੋਂ 5-6 ਸਾਲ ਦੇ ਕਰੀਬ ਉਹ ਵੱਡੇ ਸਨ। ਗੁਰੂ ਅਰਜਨ ਸਾਹਿਬ ਜੀ ਨੂੰ ਧੰਨ ਗੁਰੂ ਅਮਰਦਾਸ ਜੀ ਦੀ ਗੋਦ ਵਿੱਚ ਖੇਡਣ ਦਾ ਕਰੀਬ 11 ਕੁ ਸਾਲ ਸਮਾਂ ਮਿਲਿਆ। ਉਹਨਾਂ ਦੇ ਆਗਮਨ ਤੋਂ ਬਾਅਦ 11 ਕੁ ਸਾਲ ਤੱਕ ਗੁਰੂ ਅਮਰਦਾਸ ਸਤਿਗੁਰੂ ਜੀ ਸੰਸਾਰ ਤੇ ਕਿਰਪਾ ਵਰਤਾ ਰਹੇ ਸੀ। ਬਾਅਦ ਵਿੱਚ ਜੋਤੀ ਜੋਤ ਸਮਾ ਗਏ। ਤੇ ਵੱਡਾ ਭਰਾ ਕਿਉਂਕਿ 5-6 ਸਾਲ ਵੱਡਾ ਹੈ, ਉਹਨੂੰ ਹੋਰ ਵੀ ਜ਼ਿਆਦਾ ਸਮਾਂ ਮਿਲਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਬਹਿਣ ਦਾ। ਪਰ ਵੇਖੋ ਵੱਧ ਸਮਾਂ ਗੁਰੂ ਸਾਹਿਬ ਦੀ ਸੰਗਤ ਵਿੱਚ ਰਹਿਣ ਵਾਲਾ ਕੋਈ ਕਿਰਪਾ ਨਹੀਂ ਲੈ ਸਕਿਆ। ਬਾਬਾ ਮਹਾਦੇਵ ਜੀ ਵੀ ਵੱਡੇ ਸਨ, ਤਕਰੀਬਨ 2 ਸਾਲ। ਉਹਨਾਂ ਨੂੰ ਵੀ ਜ਼ਿਆਦਾ ਸਮਾਂ ਮਿਲਿਆ ਆਪਣੇ ਨਾਨਾ ਦੇ ਕੋਲ ਖੇਡਣ ਦਾ। ਗੁਰੂ ਅਰਜਨ ਸਾਹਿਬ ਜੀ ਸਭ ਤੋਂ ਛੋਟੇ ਨੇ, ਸਭ ਤੋਂ ਘੱਟ ਸਮਾਂ ਆਪਣੇ ਨਾਨਾ ਗੁਰੂ ਜੀ ਦੀ ਗੋਦ ਵਿੱਚ ਖੇਡੇ ਨੇ, ਪਰ ਕਿਰਪਾ ਸਭ ਤੋਂ ਵੱਧ ਉਹਨਾਂ ਨੇ ਲੈ ਲਈ। ਇਸ ਕਾਰਨ ਕਰਕੇ ਫਰਕ ਇਸ ਗੱਲ ਤੇ ਨਹੀਂ ਵੀ ਕੌਣ ਜ਼ਿਆਦਾ ਸਮੇਂ ਤੋਂ ਗੁਰਦੁਆਰੇ ਆ ਰਿਹਾ। ਇੱਥੋਂ ਆਪਾਂ ਇਹ ਵੀ ਸੇਧ ਲੈ ਸਕਦੇ ਹਾਂ। ਇਹ ਵੀ ਫਰਕ ਨਹੀਂ ਕਿ ਕੌਣ ਕਿੰਨੇ ਸਾਲਾਂ ਤੋਂ ਗੁਰਬਾਣੀ ਦਾ ਪਾਠ ਕਰ ਰਿਹਾ। ਮਸਲਾ ਤੇ ਇਹ ਕਦੋਂ ਗੁਰਬਾਣੀ ਨੂੰ ਕਮਾਉਣਾ ਸ਼ੁਰੂ ਕੀਤਾ ਹੈ। ਕਿਸੇ ਨੂੰ ਹੋ ਸਕਦਾ 20-30-40 ਸਾਲ ਗੁਰਦੁਆਰਾ ਸਾਹਿਬ ਆਉਂਦੇ ਨੂੰ ਹੋ ਗਏ ਹੋਣ, ਤੇ ਕੋਈ ਅਜੇ ਨਵਾਂ ਹੀ ਤੁਰਿਆ ਹੋਵੇ, ਆਲੇ ਦੁਆਲੇ ਤੋਂ ਭਟਕਿਆ ਹੋਇਆ ਵਿਚਾਰਾ, ਉਹਦੇ ਮਨ 'ਚ ਆਇਆ ਹੋਵੇ ਕਿ ਨਹੀਂ ਮੈਂ ਤਾਂ ਹੁਣ ਤੱਕ ਭਟਕਦਾ ਰਿਹਾ ਹਾਂ, ਸਤਿਗੁਰੂ ਦਾ ਦਰ ਹੀ ਸਭ ਤੋਂ ਵੱਡਾ ਹੈ। ਕੋਈ ਹੋ ਸਕਦਾ ਉਹਨੇ ਆਉਣਾ ਸ਼ੁਰੂ ਹੀ ਕੀਤਾ ਹੋਵੇ, ਤੇ ਜਿਹਨੇ ਅਜੇ ਆਉਣਾ ਸ਼ੁਰੂ ਕੀਤਾ ਗੁਰੂ ਦੀ ਕਿਰਪਾ ਲੈ ਜਾਏ, ਤੇ ਜਿਹੜਾ ਲੰਮੇ ਸਮੇਂ ਤੋਂ ਆ ਰਿਹਾ ਉਹ ਖਾਲੀ ਰਹਿ ਜਾਏ। ਜ਼ਿਆਦਾ ਹੁਣ
ਜ਼ਿਆਦੇ ਸਮੇਂ ਤੋਂ ਪੜ੍ਹਦਾ ਆ ਰਿਹਾ, ਉੱਥੇ ਨਹੀਂ ਗੱਲ ਠਿਕੇਗੀ। ਗੱਲ ਇੱਥੇ ਆ ਕੇ ਟਿਕਦੀ ਹੈ ਕਿ ਕੌਣ ਸਤਿਗੁਰੂ ਦੇ ਬਚਨਾਂ ਨੂੰ ਵੱਧ ਕਮਾਉਂਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੱਧ ਕਮਾਇਆ ਤੇ ਕਿਰਪਾ ਵੀ ਉਹਨਾਂ ਨੂੰ ਪ੍ਰਾਪਤ ਹੋਈ। ਉਹਨਾਂ ਦੇ ਵੱਡੇ ਭਰਾ ਭਾਵੇਂ ਜ਼ਿਆਦਾ ਸਮਾਂ ਗੁਰੂ ਸਾਹਿਬ ਦੇ ਚਰਨਾਂ 'ਚ ਰਹੇ, ਪਰ ਉਹ ਕਿਰਪਾ ਫਿਰ ਵੀ ਨਹੀਂ ਲੈ ਸਕੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੇ ਉਹਨਾਂ ਦੇ ਜਨਮ ਤੋਂ ਹੀ ਕਿਰਪਾ ਹੋਣ ਲੱਗ ਪਈ ਸੀ। ਐਸੀ ਰਹਿਮਤ ਲੈ ਕੇ ਉਹ ਵਾਹਿਗੁਰੂ ਦੇ ਘਰ ਦੇ ਵਿੱਚੋਂ ਆਏ ਸਨ ਤੇ ਭੱਟਾਂ ਨੇ ਵੀ ਬਚਨ ਲਿਖ ਦਿੱਤੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੁਸੀਂ ਜਨਮ ਤੋਂ ਹੀ ਸਤਿਗੁਰੂ ਜੀ ਬ੍ਰਹਮ ਦੀ ਪਛਾਣ ਕਰ ਲਈ। ਤਾਂ ਇਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਗਮਨ ਤੋਂ ਬਾਅਦ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਰਹਿ ਕੇ ਗੁਰਮਤ ਦੀ ਕਮਾਈ ਕਰਦੇ ਹਨ। ਵਿਆਹ ਆਦਿ ਮੰਗਲ ਜੇ ਨਾਨਾ। ਇਹਦੇ ਤੋਂ ਬਾਅਦ ਸਮਾਂ ਬਤੀਤ ਹੁੰਦਾ ਗਿਆ, ਸਮਾਂ ਅੱਗੇ ਚੱਲਦਾ ਗਿਆ। ਭਾਈ ਸਾਹਿਬ ਨੇ ਥੋੜਾ ਜਿਹਾ ਇੱਥੇ ਇਸ਼ਾਰੇ ਮਾਤਰ ਜ਼ਿਕਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵਿਆਹ ਦਾ ਵੀ ਕਰ ਦਿੱਤਾ। ਹਾਲਾਂਕਿ ਇਤਿਹਾਸ ਅਜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਚੱਲ ਰਿਹਾ ਹੈ, ਪਰ ਉਸ ਇਤਿਹਾਸ ਦੀ ਗੱਲ ਕਰਦਿਆਂ ਨਾਲ ਅਗਲੇ ਇਤਿਹਾਸ ਦਾ ਭਾਈ ਸਾਹਿਬ ਜੀ ਥੋੜਾ ਜਿਹਾ ਜ਼ਿਕਰ ਕਰ ਰਹੇ ਨੇ। ਕਿਉਂਕਿ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਤੇ ਬੈਠਣਾ, ਤਾਂ ਕਰਕੇ ਧੰਨ ਗੁਰੂ ਰਾਮਦਾਸ ਜੀ ਦੇ ਗੁਰੂ ਬਣਨ ਤੋਂ ਪਹਿਲੇ ਜੀਵਨ ਦਾ ਜ਼ਿਕਰ ਕਰਨਾ ਜ਼ਰੂਰੀ ਸੀ ਕਿ ਕਿਵੇਂ ਉਹਨਾਂ ਦਾ ਪ੍ਰਕਾਸ਼ ਹੋਇਆ, ਕਿਵੇਂ ਮਾਤਾ ਪਿਤਾ ਦੇ ਚਲੇ ਜਾਣ ਤੋਂ ਬਾਅਦ ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਪਾਤਰ ਬਣੇ। ਉਹ ਸਾਰੀਆਂ ਗੱਲਾਂ ਇੱਥੇ ਭਾਈ ਸਾਹਿਬ ਨੇ ਪਹਿਲਾਂ ਲਿਖ ਦਿੱਤੀਆਂ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਅੱਗੇ ਪੂਰੀ ਵਿਆਖਿਆ ਸਮੇਤ ਆਏਗਾ, ਅਗਾਂਹ ਚੱਲ ਕੇ ਸਾਰੀਆਂ ਸਾਖੀਆਂ ਆਉਣਗੀਆਂ, ਉਹਨਾਂ ਦੇ ਵਿਆਹ ਕਾਰਜ ਦਾ ਜ਼ਿਕਰ ਵੀ ਆਏਗਾ। ਪਰ ਇੱਥੇ ਭਾਈ ਸਾਹਿਬ ਨੇ ਥੋੜਾ ਜਿਹਾ ਇਸ਼ਾਰੇ ਮਾਤਰ ਜ਼ਿਕਰ ਕਰ ਦਿੱਤਾ ਹੈ ਕਿ ਸਮਾਂ ਪਾ ਕੇ ਧੰਨ ਗੁਰੂ ਅਰਜਨ ਸਾਹਿਬ ਫਿਰ ਵੱਡੇ ਵੀ ਹੋਏ ਤੇ ਹਜ਼ੂਰ ਜੀ ਦਾ ਵਿਆਹ ਕਾਰਜ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਨਾਲ ਹੋਇਆ ਸੀ। ਮਾਤਾ ਗੰਗਾ ਜੀ ਮੌ ਪਿੰਡ ਦੇ ਰਹਿਣ ਵਾਲੇ ਸਨ। ਇਹ ਨਗਰ ਫਿਲੌਰ ਦੇ ਨਜ਼ਦੀਕ ਪੈਂਦਾ ਹੈ। ਲੁਧਿਆਣੇ ਤੋਂ ਅਗਾਂਹ ਜਾ ਕੇ ਫਿਲੌਰ ਦੇ ਨੇੜੇ ਪਿੰਡ ਹੈ ਮੌ। ਇੱਥੋਂ ਦੇ ਰਹਿਣ ਵਾਲੇ ਸਨ ਮਾਤਾ ਗੰਗਾ ਜੀ, ਜਿਨ੍ਹਾਂ ਦਾ ਵਿਆਹ ਕਾਰਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਨਾਲ ਹੋਇਆ ਸੀ। ਤੇ ਹਜ਼ੂਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਬਾਲਪਣ ਤੋਂ ਹੀ ਉਹਨਾਂ ਨੇ ਸ਼ਸਤਰ ਵਿੱਦਿਆ ਵੀ ਸਿੱਖਣੀ ਆਰੰਭ ਕਰ ਦਿੱਤੀ ਸੀ। ਹਾਲਾਂਕਿ ਗੁਰੂ ਸਾਹਿਬ ਦਾ ਇਹ ਸ਼ਸਤਰ ਵਿੱਦਿਆ ਵਾਲਾ ਪੱਖ ਜ਼ਿਆਦਾ ਸਾਨੂੰ ਇਤਿਹਾਸ ਵਿੱਚੋਂ ਨਹੀਂ ਮਿਲੇਗਾ, ਉਹਨਾਂ ਦਾ ਭਗਤੀ ਵਾਲਾ ਪੱਖ ਜ਼ਿਆਦਾ ਮਿਲੇਗਾ। ਤੇ ਜਦੋਂ ਆਪਾਂ ਗੱਲ ਗੁਰੂ ਹਰਗੋਬਿੰਦ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰਾਂਗੇ, ਉਹਨਾਂ ਦਾ ਭਗਤੀ ਵਾਲਾ ਪੱਖ ਇਤਿਹਾਸ ਚੋਂ ਘੱਟ ਮਿਲੇਗਾ ਤੇ ਦੂਜਾ ਜੰਗਾਂ ਯੁੱਧਾਂ ਵਾਲਾ ਜ਼ਿਆਦਾ ਮਿਲੇਗਾ। ਕਿਉਂਕਿ ਇਤਿਹਾਸਕਾਰਾਂ ਨੇ ਆਪਣੇ ਹਿਸਾਬ ਨਾਲ ਉਲਾਰੂ ਹੋ ਕੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗਾਂ ਲੜੀਆਂ, ਉਹ ਕਿੰਨੇ ਵੱਡੇ ਯੋਧੇ ਸਨ, ਇਹਦਾ ਜ਼ਿਕਰ ਜ਼ਿਆਦਾ ਕੀਤਾ ਗਿਆ ਤੇ ਉਹਨਾਂ ਦੀ ਬੰਦਗੀ ਭਗਤੀ ਤੇ ਕਮਾਈ ਦਾ ਜ਼ਿਕਰ ਘੱਟ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਵਰਗਾ ਸੱਚਮੁੱਚ ਹੀ ਕੋਈ ਯੋਧਾ, ਕੋਈ ਸੂਰਮਾ, ਕੋਈ ਮਹਾਨ ਜਰਨੈਲ ਨਹੀਂ ਸੰਸਾਰ ਤੇ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਪਰ ਉਹਨਾਂ ਵਰਗਾ ਭਗਤ ਵੀ ਕੋਈ ਨਹੀਂ। ਤਾਂ ਸਾਨੂੰ ਦੋਵੇਂ ਗੱਲਾਂ ਨਾਲ ਸੁਮੇਲ ਕਰਕੇ ਤੁਰਨਾ ਪਏਗਾ, ਕਿਉਂਕਿ ਇੱਥੇ ਮੀਰੀ ਵੀ ਹੈ, ਪੀਰੀ ਵੀ ਹੈ, ਭਗਤੀ ਵੀ ਹੈ, ਸ਼ਕਤੀ ਵੀ ਹੈ, ਦੋਵੇਂ ਪੱਖ ਰੱਖਣੇ ਪੈਣਗੇ। ਗੁਰੂ ਅਰਜਨ ਸਾਹਿਬ ਦੀ ਜਦੋਂ ਗੱਲ ਚੱਲਦੀ ਹੈ ਤੇ ਉਹਨਾਂ ਦਾ ਭਗਤੀ ਵਾਲਾ ਪੱਖ ਜ਼ਿਆਦਾ ਰੱਖਿਆ ਜਾਂਦਾ ਹੈ ਤੇ ਉਹਨਾਂ ਦਾ ਜੰਗ ਯੁੱਧ ਤੇ ਸ਼ਸਤਰ ਅਭਿਆਸ ਵਾਲਾ ਜਿਹੜਾ ਪੱਖ ਹੈ ਉਹ ਸਾਹਮਣੇ ਨਹੀਂ ਆਉਂਦਾ ਹੈ। ਹਾਲਾਂਕਿ ਘਟਨਾ ਤਕਰੀਬਨ ਸਾਰੇ ਇਤਿਹਾਸਕਾਰਾਂ ਨੇ ਲਿਖੀ ਹੈ। ਜਦੋਂ ਮਹਾਰਾਜ ਜੀ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਵਿਆਹੁਣ ਵਾਸਤੇ ਗਏ ਸਨ ਤੇ ਉੱਥੇ ਉਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਾਹਮਣੇ। ਕਹਿੰਦੇ ਸਾਡੇ ਪਿੰਡ ਵਿੱਚ ਜਿਹੜਾ ਵੀ ਵਿਆਹੁਣ ਵਾਸਤੇ ਆਉਂਦਾ ਹੈ ਉਹਨੂੰ ਕੋਈ ਨਾ ਕੋਈ ਕਰਤੱਵ ਦਿਖਾਉਣਾ ਪੈਂਦਾ, ਆਪਣੀ ਸ਼ਸਤਰ ਵਿੱਦਿਆ, ਆਪਣੀ ਤਾਕਤ ਦਿਖਾਉਣੀ ਪੈਂਦੀ ਤੇ ਜਿੰਨੀ ਦੇਰ ਤੱਕ ਕੋਈ ਸ਼ਰਤ ਪੂਰੀ ਨਾ ਕਰੇ ਉਨੀ ਦੇਰ ਤੱਕ ਉਹ ਫਿਰ ਵਿਆਹ ਕੇ ਵਾਪਸ ਨਹੀਂ ਜਾ ਸਕੇਗਾ। ਤੇ ਮਹਾਰਾਜ ਨੇ ਪੁੱਛਿਆ ਵੀ ਕਿਹੜੀ ਸ਼ਰਤ? ਉਹਨਾਂ ਦੀ ਸ਼ਰਤ ਇਹ ਰੱਖੀ ਵੀ ਗੁਰੂ ਸਾਹਿਬ ਘੋੜੇ ਤੇ ਸਵਾਰ ਹੋ ਕੇ ਆਉਣਗੇ ਤੇ ਨੇਜੇ ਦੇ ਨਾਲ ਉਹਨਾਂ ਨੂੰ ਜ਼ਮੀਨ ਵਿੱਚ ਗੱਡਿਆ ਹੋਇਆ ਕਿੱਲਾ ਪੁੱਟਣਾ ਪਏਗਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਾਹਮਣੇ ਸ਼ਰਤ ਰੱਖੀ ਗਈ ਸੀ। ਹਜ਼ੂਰ ਕਹਿਣ ਲੱਗੇ ਸਾਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ, ਅਸੀਂ ਇਹ ਵਿੱਦਿਆ ਸ਼ਸਤਰ ਵਿੱਦਿਆ ਦੇ ਕਰਤੱਵ ਜ਼ਰੂਰ ਦਿਖਾਵਾਂਗੇ। ਹੁਣ ਉਹਨਾਂ ਇੱਥੇ ਇੱਕ ਹੋਰ ਚਾਲ ਖੇਡੀ ਮਹਾਰਾਜ ਦੇ ਨਾਲ। ਉਹਨਾਂ ਜ਼ਮੀਨ 'ਚ ਗੜਨਾ ਤੇ ਕਿੱਲਾ ਸੀ, ਸ਼ਰਤ ਵੀ ਤਾਂ ਇਹ ਸੀ ਵੀ ਕਿੱਲਾ ਗੱਡਿਆ ਜਾਏਗਾ ਤੇ ਕਿੱਲਾ ਪੁੱਟਣਾ ਹੈ। ਉਹ ਵੀ ਘੋੜਾ ਦੌੜਾ ਕੇ ਆਉਂਦਿਆਂ ਹੋਇਆਂ ਯਕ ਲਖਤ ਨੇਜੇ ਦਾ ਵਾਰ ਕਰਨਾ
ਤੇ ਗੱਡਿਆ ਹੋਇਆ ਕਿੱਲਾ ਪੁੱਟ ਕੇ ਨਾਲ ਲੈ ਕੇ ਜਾਣਾ ਹੈ। ਇਹ ਹੁਣ ਉਹੀ ਕਰ ਸਕਦੇ ਜਿਹਨੂੰ ਘੋੜ ਸਵਾਰੀ ਵਧੀਆ ਆਉਂਦੀ ਹੋਵੇ, ਨੇਜੇਬਾਜ਼ੀ ਚੰਗੀ ਤਰ੍ਹਾਂ ਆਉਂਦੀ ਹੋਵੇ, ਨਿਸ਼ਾਨਾ ਲਾਉਣਾ ਆਉਂਦਾ ਹੋਵੇ, ਤੇ ਨਾਲ ਉਹਦੇ ਸਰੀਰ 'ਚ ਵੀ ਤਾਕਤ ਚਾਹੀਦੀ ਹੈ, ਤਾਂ ਹੀ ਗੱਡਿਆ ਹੋਇਆ ਕਿੱਲਾ ਪੁੱਟਿਆ ਜਾਏਗਾ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਗੱਲ ਮਨਜ਼ੂਰ ਕੀਤੀ। ਉਹਨਾਂ ਕੀ ਕੀਤਾ ਜੀ, ਚਾਲ ਇਹ ਖੇਡੀ ਵੀ ਜਿਹੜਾ ਕਿੱਲਾ ਗੱਡਿਆ ਦਿਖਾਇਆ ਨਾ, ਅਸਲ ਵਿੱਚ ਕਿੱਲਾ ਨਹੀਂ ਸੀ, ਉਹ ਇੱਕ ਰੁੱਖ ਸੀ, ਉੱਪਰਲੇ ਪਾਸਿਓਂ ਕੱਟ ਦਿੱਤਾ ਗਿਆ, ਥੱਲੇ ਉਹਦੀਆਂ ਜੜ੍ਹਾਂ ਸੀ ਜ਼ਮੀਨ ਦੇ ਵਿੱਚ, ਤੇ ਉੱਪਰੋਂ ਇਵੇਂ ਦਾ ਬਣਾ ਦਿੱਤਾ ਗਿਆ ਜਿਵੇਂ ਕਿੱਲਾ ਜ਼ਮੀਨ ਦੇ ਵਿੱਚ ਗੱਡਿਆ ਹੋਵੇ। ਤੇ ਆਪਣੇ ਇਤਿਹਾਸ ਵਿੱਚ ਇਹ ਲਿਖਿਆ ਹੋਇਆ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਿੱਛੋਂ ਘੋੜਾ ਬਹੁਤ ਤੇਜ਼ੀ ਦੇ ਨਾਲ ਦੌੜਾ ਕੇ ਲੈ ਕੇ ਆਏ, ਤੇ ਮਹਾਰਾਜ ਨੇ ਇਹਨੇ ਬਲ ਦੇ ਨਾਲ ਵਾਰ ਕੀਤਾ, ਜੜ੍ਹਾਂ ਸਮੇਤ ਜਿਹੜਾ ਉਹ ਥੱਲੇ ਤਣਾ ਗੱਡਿਆ ਹੋਇਆ ਸੀ ਧਰਤੀ ਤੋਂ ਪੁੱਟ ਦਿੱਤਾ ਸੀ ਗੁਰੂ ਸਾਹਿਬ ਨੇ। ਉਹਨਾਂ ਦੀ ਉਹ ਸ਼ਰਤ ਪੂਰੀ ਕੀਤੀ ਧੰਨ ਗੁਰੂ ਅਰਜਨ ਸਾਹਿਬ ਨੇ। ਇਹ ਮਹਾਰਾਜ ਦਾ ਸ਼ਸਤਰ ਵਿਦਿਆ ਵਾਲਾ ਪੱਖ ਵੀ ਗੁਰੂ ਅਰਜਨ ਸਾਹਿਬ ਜੀ ਦਾ। ਇਸ ਕਰਕੇ ਸ਼ਸਤਰਾਂ ਦਾ ਅਭਿਆਸ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਨਹੀਂ ਸ਼ੁਰੂ ਹੋਇਆ ਹੈ। ਸ਼ਸਤਰਾਂ ਦਾ ਅਭਿਆਸ ਪਹਿਲੇ ਗੁਰੂ ਸਾਹਿਬਾਨ ਦੇ ਵੇਲੇ ਵੀ ਹੋ ਰਿਹਾ ਹੈ, ਤਿਆਰੀ ਪਹਿਲਾਂ ਤੋਂ ਚੱਲ ਰਹੀ ਹੈ। ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਦੇ ਵੇਲੇ ਵੀ। ਉਹ ਵੱਖਰੀ ਗੱਲ ਹੈ, ਇਹ ਚੀਜ਼ਾਂ ਪ੍ਰਗਟ ਹੋ ਕੇ ਇਤਿਹਾਸ ਵਿੱਚ ਬਾਅਦ ਵਿੱਚ ਸਾਹਮਣੇ ਆਈਆਂ। ਜਦੋਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬੈਠੇ, ਫਿਰ ਉਹਨਾਂ ਪੱਕੇ ਤੌਰ ਤੇ ਫੌਜਾਂ ਤਿਆਰ ਕੀਤੀਆਂ ਤੇ 4 ਜੰਗਾਂ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਸੀ। ਤਾਂ ਇਹ ਸ਼ਰਤ ਪੂਰੀ ਕੀਤੀ। ਫਿਰ ਮਾਤਾ ਗੰਗਾ ਜੀ ਨੂੰ ਵਿਆਹ ਕਰਕੇ ਹਜ਼ੂਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਲੈ ਕੇ ਆਏ ਸਨ, ਤੇ ਉਹਨਾਂ ਦੇ ਗ੍ਰਹਿ ਵਿਖੇ ਬਾਅਦ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀ। ਤਾਂ ਭਾਈ ਸਾਹਿਬ ਨੇ ਇੱਥੇ ਵਿਆਹ ਕਾਰਜ ਦਾ ਜ਼ਿਕਰ ਕੀਤਾ ਹੈ ਕਿ ਮਾਤਾ ਗੰਗਾ ਜੀ ਦੇ ਨਾਲ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਵਿਆਹ ਕਾਰਜ ਹੋਇਆ ਸੀ। ਆਪ ਜੀ ਐਸੇ ਬਚਨ ਲਿਖਦੇ ਹਨ, ਹੋਏ ਗੋਵਿੰਦ ਵਾਲ ਮਹਾਨਾ। ਇੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੀ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਸੀ। ਔਰ ਯਾਦ ਰੱਖਣ ਵਾਲੀ ਗੱਲ ਹੈ, ਉਹਨਾਂ ਸਮਿਆਂ ਦੇ ਵਿੱਚ ਵਿਆਹ ਕਾਰਜ ਬਹੁਤ ਘੱਟ ਉਮਰ ਵਿੱਚ ਹੁੰਦੇ ਸੀ, ਜਿਹਨੂੰ ਬਾਲ ਵਿਆਹ ਦਾ ਨਾਮ ਦਿੱਤਾ ਜਾਂਦਾ ਹੈ। ਛੋਟੀ ਉਮਰ ਦੇ ਵਿੱਚ ਹੀ ਬੱਚੇ ਦਾ ਵਿਆਹ ਕਰ ਦਿੱਤਾ ਜਾਂਦਾ ਸੀ, ਤੇ ਮੁਕਲਾਵਾ ਕਈ ਵਾਰੀ ਬਾਅਦ ਵਿੱਚ ਤੋਰਿਆ ਜਾਂਦਾ ਸੀ। ਜਿਵੇਂ ਵਿਆਹ 9 ਸਾਲ ਦੀ ਉਮਰ 'ਚ ਹੋ ਗਿਆ, 10 ਸਾਲ, 11 ਸਾਲ, ਬਾਲ ਉਮਰ ਦੇ ਵਿੱਚ ਵਿਆਹ ਪਹਿਲਾਂ ਹੋ ਗਿਆ, ਤੇ ਬਾਅਦ ਵਿੱਚ ਮੁਕਲਾਵਾ ਬਾਅਦ ਵਿੱਚ ਤੋਰਿਆ ਜਾਂਦਾ ਸੀ। ਤੇ ਗੁਰੂ ਸਾਹਿਬਾਨ ਦੇ ਸਮੇਂ ਵੀ ਇਹ ਮਰਿਆਦਾ ਕਹਿ ਲਓ ਜਾਂ ਸਮਾਜਿਕ ਰਸਮ ਕਹਿ ਲਓ, ਇਵੇਂ ਹੀ ਚੱਲਦੀ ਆ ਰਹੀ ਸੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵਿਆਹ ਕਾਰਜ ਵੀ ਬਾਲ ਉਮਰ ਦੇ ਵਿੱਚ ਹੋਇਆ ਸੀ, ਤੇ ਬਾਅਦ ਵਿੱਚ ਰਸਮਾਂ ਇੱਥੇ ਸਾਰੀਆਂ ਨਿਭਾਈਆਂ ਗਈਆਂ। ਫਿਰ ਮਾਤਾ ਗੰਗਾ ਜੀ ਦਾ ਮੁਕਲਾਵਾ ਤੋਰਿਆ ਗਿਆ। ਤਾਂ ਭਾਈ ਸਾਹਿਬ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁੰਦਿਆਂ ਹੋਇਆਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵਿਆਹ ਕਾਰਜ ਹੋਇਆ, ਤੇ ਸਾਰੀਆਂ ਜਿਹੜੀਆਂ ਰਸਮਾਂ ਨੇ ਉਹਨਾਂ ਦੇ ਸਾਹਮਣੇ ਹੀ ਨਿਭੀਆਂ ਹਨ। ਮਹਿਲਾ ਗੰਗਾ ਅਰਜਨ ਪਿਆਰੀ। ਮਹਿਲਾ ਗੰਗਾ ਅਰਜਨ ਪਿਆਰੀ। ਮਹਿਲਾ ਮਹਿਲ ਗੁਰੂ ਸਾਹਿਬ ਜੀ ਦੀਆਂ ਪਤਨੀਆਂ ਲਈ ਇਹ ਸ਼ਬਦ ਵਰਤਿਆ ਜਾਂਦਾ, ਗੁਰੂ ਕੇ ਮਹਿਲ। ਪਤਨੀ ਸ਼ਬਦ ਨਹੀਂ ਵਰਤਿਆ ਜਾਂਦਾ, ਸਤਿਕਾਰ ਵਾਸਤੇ ਸ਼ਬਦ ਵਰਤਿਆ ਜਾਂਦਾ ਵੀ ਇਹ ਸਤਿਗੁਰੂ ਦੇ ਮਹਿਲ ਨੇ। ਮਾਤਾ ਗੰਗਾ ਜੀ ਬਹੁਤ ਸਿਆਣੇ ਸਨ, ਸੂਝਵਾਨ ਸਨ। ਘਰ ਪਰਿਵਾਰ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ, ਤੇ ਗੁਰੂ ਕੀ ਬਾਣੀ ਦੇ ਨਾਲ ਜੁੜਿਆ ਹੋਇਆ ਉਹਨਾਂ ਦਾ ਮਹਾਨ ਜੀਵਨ ਸੀ, ਜਿਸ ਕਾਰਨ ਕਰਕੇ ਉਹਨਾਂ ਦੇ ਮਹਾਨ ਉੱਤਮ ਜੀਵਨ ਦਾ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਉਹ ਬਹੁਤ ਚੰਗੇ ਲੱਗਦੇ ਸਨ। ਭਾਈ ਸਾਹਿਬ ਐਸੇ ਵਾਕ ਲਿਖਦੇ ਹਨ, ਰਹੇ ਆਨੰਦ ਸਦਾ ਸੁਖਕਾਰੀ। ਉਹਨਾਂ ਦਾ ਸੁਭਾਅ ਐਸਾ ਸੀ ਗੁਰੂ ਕੀ ਬਾਣੀ ਵਿੱਚ ਭਿੱਜਾ ਹੋਇਆ ਕਿ ਮਾਤਾ ਗੰਗਾ ਜੀ ਹਮੇਸ਼ਾ ਆਨੰਦਮਈ ਅਵਸਥਾ ਵਿੱਚ ਰਹਿੰਦੇ ਸਨ। ਔਰ ਇਹ ਗੱਲ ਆਪਾਂ ਜਦੋਂ ਇਤਿਹਾਸ ਨੂੰ ਪੜ੍ਹਾਂਗੇ, ਬਾਅਦ ਵਾਲੇ ਇਤਿਹਾਸ ਵਿੱਚ ਗੱਲ ਪ੍ਰਗਟ ਵੀ ਹੁੰਦੀ ਹੈ। ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਈ ਤਾਂ ਮਾਤਾ ਗੰਗਾ ਜੀ ਨੂੰ ਆ ਕੇ ਸਿੱਖਾਂ ਖਬਰ ਦਿੱਤੀ ਕਿ ਮਹਾਰਾਜ ਨੂੰ ਇਵੇਂ ਸ਼ਹੀਦ ਕੀਤਾ ਗਿਆ, ਤਸੀਹੇ ਦਿੱਤੇ ਗਏ, ਤੱਤੀਆਂ ਤਵੀਆਂ ਤੇ ਬਿਠਾਇਆ, ਸੀਸ ਵਿੱਚ ਗਰਮ ਰੇਤਾ ਪਾਈ ਗਈ, ਤੇ ਮਾਤਾ ਜੀ ਉਹਨਾਂ ਦੇ ਪਾਵਨ ਸਰੀਰ ਨੂੰ ਰਾਵੀ ਦੇ ਦਰਿਆ ਵਿੱਚ, ਰਾਵੀ ਦੇ ਪਾਣੀਆਂ 'ਚ ਰੋੜ ਦਿੱਤਾ ਗਿਆ ਹੈ। ਮਾਤਾ ਗੰਗਾ ਜੀ ਨੇ ਸੁਣਿਆ ਕਿ ਪਤਨੀ ਵਾਸਤੇ ਇਹ ਬਹੁਤ ਮੁਸ਼ਕਲ ਭਰਿਆ ਸਮਾਂ ਹੁੰਦਾ ਹੈ। ਜਦੋਂ ਇਹ ਖਬਰ ਮਿਲੇ ਕਿ ਪਤੀ ਹੁਣ ਸੰਸਾਰ ਵਿੱਚ ਨਹੀਂ, ਤੇ ਨਾਲ ਇਹ ਵੀ ਖਬਰ ਮਿਲੇ ਕਿ ਕਿਵੇਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ, ਮਾਤਾ ਗੰਗਾ ਜੀ ਰੋਏ ਕੁਰਲਾਏ ਨਹੀਂ, ਬਲਕਿ ਚੜ੍ਹਦੀ ਕਲਾ ਵਿੱਚ ਰਹੇ। ਤਾਂ ਉਹਨਾਂ ਦਾ ਭਾਣਾ ਮੰਨਣਾ, ਇਹ ਐਸ ਆਨੰਦਮਈ ਅਵਸਥਾ ਦਾ ਜ਼ਿਕਰ ਜਿਹੜਾ ਇੱਥੇ ਭਾਈ ਸਾਹਿਬ ਨੇ ਕੀਤਾ, ਇਹ ਆਹੀ ਪ੍ਰਤੀਕ ਕਹਿ ਲਓ।
ਉਹ ਆਨੰਦਮਈ ਅਵਸਥਾ ਜਿਹਦੇ ਵਿੱਚ ਉਹ ਹਮੇਸ਼ਾ ਵਿਚਰਦੇ ਸਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਵੀ ਆਪ ਜੀ ਸੰਪੂਰਨ ਚੜ੍ਹਦੀ ਕਲਾ ਦੇ ਵਿੱਚ ਰਹੇ ਨੇ। ਆਪ ਜੀ ਡੋਲੇ ਨਹੀਂ, ਥਿੜਕੇ ਨਹੀਂ, ਬਲਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਾਅਦ ਵਿੱਚ ਫੈਸਲੇ ਲਏ, ਉਹਨਾਂ ਵਿੱਚ ਆਪ ਜੀ ਨਾਲ ਖਲੋਏ ਕਿ ਹਾਂ, ਗੁਰੂ ਸਾਹਿਬ ਦਾ ਹਰੇਕ ਲਿਆ ਹੋਇਆ ਜਿਹੜਾ ਫੈਸਲਾ ਹੈ ਇਹ ਮਾਨਵਤਾ ਦੇ ਭਲੇ ਵਾਸਤੇ ਹੈ। ਕਿ ਕੋਈ ਤਾਂ ਮੀਰੀ ਪੀਰੀ ਦੀਆਂ ਕਿਰਪਾਨਾਂ ਪੈਂਦੀਆਂ, ਫੌਜਾਂ ਤਿਆਰ ਕੀਤੀਆਂ, ਬੜੇ ਲੋਕਾਂ ਨੇ ਇੱਧਰ ਉੱਧਰ ਦੀਆਂ ਗੱਲਾਂ ਵੀ ਕੀਤੀਆਂ ਸੀ ਵੀ ਗੁਰੂ ਨਾਨਕ ਸਾਹਿਬ ਦਾ ਘਰ ਤਾਂ ਸ਼ਾਂਤਮਈ ਘਰ ਹੈ, ਇੱਥੇ ਸ਼ਸਤਰਾਂ ਦੀ ਕੀ ਲੋੜ ਹੈ। ਤੇ ਉਸ ਵੇਲੇ ਮਾਤਾ ਗੰਗਾ ਜੀ ਬਿਲਕੁਲ ਨਾਲ ਖੜੇ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਪੁੱਤਰ ਲੱਗਦੇ ਨੇ, ਪਰ ਉਹਨਾਂ ਨੇ ਬਚਨ ਕਿਹਾ ਵੀ ਗੁਰੂ ਸਾਹਿਬ ਦਾ ਹਰੇਕ ਕਿਹਾ ਹੋਇਆ ਵਾਕ ਇਹ ਮਾਨਵਤਾ ਦੇ ਭਲੇ ਲਈ ਹੈ। ਤਾਂ ਮਾਤਾ ਗੰਗਾ ਜੀ ਇਸੇ ਕਾਰਨ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੀ ਸ਼ੋਭਾ ਵੀ ਕਰਦੇ ਨੇ, ਵਡਿਆਈ ਵੀ ਕਰਦੇ ਨੇ। ਕਿਉਂ? ਕਿਉਂਕਿ ਉਹ ਵਾਹਿਗੁਰੂ ਦੇ ਭਾਣੇ ਵਿੱਚ ਚੱਲਣ ਵਾਲੇ ਹਨ। ਇਹ ਹਜ਼ੂਰ ਨੇ ਕਿਰਪਾ ਵਰਤਾਈ ਸੀ। ਦੋਹਰਾ ਅਕਬਰ ਕੋ ਮੰਤਰੀ ਉਤੋ ਵਿਪਰ ਵੀਰ ਭਲੇ ਨਾਮ। ਉਹਨਾਂ ਸਮਿਆਂ ਦੀ ਭਾਈ ਸਾਹਿਬ ਨੇ ਹੁਣ ਇੱਥੇ ਇੱਕ ਹੋਰ ਸਾਖੀ ਲਿਖੀ ਵੀ ਇੱਕ ਪਾਸੇ ਆ ਸਾਰਾ ਮਾਹੌਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਣਿਆ ਹੋਇਆ। ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਹਨ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਵਿਆਹ ਕਾਰਜ ਵੀ ਉਹਨਾਂ ਸਮਿਆਂ ਦੇ ਦੌਰਾਨ ਹੋਏ। ਗੁਰੂ ਰਾਮਦਾਸ ਜੀ ਕਿਵੇਂ ਨਿੱਠ ਕੇ ਪਿਆਰ ਨਾਲ ਸੇਵਾ ਕਰ ਰਹੇ ਨੇ, ਇਹ ਸਾਰੀਆਂ ਘਟਨਾਵਾਂ ਇੱਕ ਸਾਥ ਇਕੱਠੀਆਂ ਵਾਪਰ ਰਹੀਆਂ ਨੇ। ਤੇ ਉਹਨਾਂ ਸਮਿਆਂ ਦੀ ਘਟਨਾ ਦਾ ਭਾਈ ਸਾਹਿਬ ਨੇ ਹੁਣ ਇੱਥੇ ਸਾਖੀ ਇੱਕ ਹੋਰ ਨਵੀਂ ਆਰੰਭ ਕੀਤੀ, ਉਹਦਾ ਜ਼ਿਕਰ ਹੋ ਰਿਹਾ ਹੈ ਕਿ ਅਕਬਰ ਦੇ ਸਮੇਂ ਬੀਰਬਲ, ਜਿਹਨੂੰ ਕਿ ਬੜਾ ਲੋਕ ਸਿਆਣਾ ਕਹਿੰਦੇ ਨੇ, ਇੱਕ ਦਿਮਾਗਦਾਰ ਬੰਦਾ ਕਿਹਾ ਜਾਂਦਾ ਹੈ। ਔਰ ਅਕਬਰ ਤੇ ਬੀਰਬਲ ਦੇ ਬੜੇ ਤੁਹਾਨੂੰ ਕਿੱਸੇ ਵੀ ਮਿਲ ਜਾਣਗੇ, ਬਾਜ਼ਾਰਾਂ 'ਚ ਬੜੀਆਂ ਕਿਤਾਬਾਂ ਛਪੀਆਂ ਮਿਲਦੀਆਂ ਨੇ ਅਕਬਰ ਬੀਰਬਲ ਦੇ ਕਿੱਸੇ। ਉਹ ਬਹੁਤੇ ਵਾਪਰੇ ਹੋਏ ਨਹੀਂ ਹਨ, ਉਹ ਐਵੇਂ ਬੀਰਬਲ ਨੂੰ ਬਹੁਤ ਜ਼ਿਆਦਾ ਸੂਝਵਾਨ ਤੇ ਦਿਮਾਗੀ ਸਾਬਤ ਕਰਨ ਵਾਸਤੇ ਲੋਕਾਂ ਘੜੀਆਂ ਹੋਈਆਂ ਗੱਲਾਂ, ਜਿਹਦੇ ਦਿਮਾਗ ਵਿੱਚ ਜਿਵੇਂ ਦੀ ਕਹਾਣੀ ਆ ਗਈ ਬਣਾ ਕੇ ਲਿਖ ਦਿੱਤੀ ਵੀ ਬੀਰਬਲ ਬੜਾ ਸੂਝਵਾਨ ਬੰਦਾ ਹੁੰਦਾ ਸੀ। ਤੁਸੀਂ ਇਤਿਹਾਸ ਨੂੰ ਥੋੜਾ ਜਿਹਾ ਗਹਿਰੇ ਤੌਰ ਤੇ ਵਾਚੋਗੇ, ਪਤਾ ਲੱਗੇਗਾ ਕਿ ਬੀਰਬਲ ਇੱਕ ਬਹੁਤ ਜ਼ਿਆਦਾ ਸ਼ਾਤਰ ਦਿਮਾਗ, ਚਲਾਕ ਇਨਸਾਨ ਤੇ ਗੁਰੂ ਘਰ ਨਾਲ ਈਰਖਾ ਕਰਨ ਵਾਲਾ ਬੰਦਾ ਸੀ। ਅਸਲ ਵਿੱਚ ਇਹ ਬ੍ਰਾਹਮਣ ਪਰਿਵਾਰ ਵਿੱਚ ਜੰਮਿਆ ਹੋਇਆ ਸੀ ਤੇ ਇਹਦਾ ਅਸਲ ਨਾਮ ਮਹੇਸ਼ ਦਾਸ ਕਰਕੇ ਕਈਆਂ ਲਿਖਿਆ ਹੋਇਆ। ਬੀਰਬਲ ਦਾ ਜਿਹੜਾ ਅਸਲ ਨਾਮ ਹੈ, ਇਹ ਬ੍ਰਾਹਮਣ ਘਰਾਣੇ ਨਾਲ ਸੰਬੰਧ, ਮਸਲਾ ਇਹ ਨਹੀਂ ਉਹ ਬ੍ਰਾਹਮਣ ਸੀ, ਮਸਲਾ ਇਹ ਉਹਨੂੰ ਉੱਚੀ ਜਾਤ ਦਾ ਹੰਕਾਰ ਸੀ। ਤੇ ਇਸ ਗੱਲ ਕਰਕੇ ਗੁਰੂ ਘਰ ਨਾਲੋਂ ਖਾਰ ਵੀ ਖਾਂਦਾ ਸੀ ਕਿ ਮਹਾਰਾਜ ਦੇ ਘਰ ਵਿੱਚ ਤਾਂ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਇੱਥੇ ਤਾਂ ਸਾਰੇ ਬਰਾਬਰ ਦੇ ਨੇ ਤੇ ਸਾਨੂੰ ਬ੍ਰਾਹਮਣਾਂ ਨੂੰ ਤੇ ਬੜਾ ਉੱਚਾ ਦਰਜਾ ਮਿਲਿਆ ਹੋਇਆ ਸ਼ਾਸਤਰਾਂ ਦੇ ਵਿੱਚ। ਤੇ ਮਹਾਰਾਜ ਕਹਿੰਦੇ ਕੋਈ ਬ੍ਰਾਹਮਣ ਨਹੀਂ, ਕੋਈ ਖੱਤਰੀ ਨਹੀਂ, ਕੋਈ ਵੈਸ਼ ਨਹੀਂ, ਕੋਈ ਸ਼ੂਦਰ ਨਹੀਂ, ਇਹ ਸਾਰੇ ਰੱਬ ਦੇ ਬੰਦੇ ਨੇ। ਆਹ ਗੱਲਾਂ ਕਰਕੇ ਉਹ ਬੜੀ ਈਰਖਾ ਕਰਦਾ ਸੀ ਗੁਰੂ ਘਰ ਨਾਲ। ਤੇ ਉਹਦੀ ਉਸ ਕੀਤੀ ਹੋਈ ਈਰਖਾ ਦੀ ਇੱਕ ਉਦਾਹਰਨ ਭਾਈ ਸਾਹਿਬ ਨੇ ਇੱਥੇ ਲਿਖੀ ਹੈ। ਬੀਰਬਲ ਦਾ ਜ਼ਿਕਰ ਇੱਕ ਈਰਖਾਲੂ ਬੰਦੇ ਦੇ ਤੌਰ ਤੇ ਤੁਹਾਨੂੰ ਇਤਿਹਾਸ ਵਿੱਚੋਂ ਮਿਲੇਗਾ। ਇਹ ਤੇ ਐਵੇਂ ਉਹਦੀ ਸੂਝਵਾਨਤਾ ਦੇ ਕਿਸੇ ਲੋਕਾਂ ਨੇ ਬਣਾ ਛੱਡੇ ਨੇ। ਉਹਦਾ ਈਰਖਾ ਵਾਲਾ ਪੱਖ ਵੇਖੀ ਆਪਾਂ ਇਤਿਹਾਸ ਵਿੱਚੋਂ, ਉਹ ਮਹਾਰਾਜ ਨਾਲ ਕਿੰਨੀ ਨਫ਼ਰਤ ਕਰਦਾ ਸੀ, ਉਹਦੇ ਅੰਦਰ ਕਿੰਨਾ ਜ਼ਹਿਰ ਭਰਿਆ ਹੋਇਆ ਸੀ ਸਿੱਖੀ ਦੇ ਪ੍ਰਤੀ। ਤਾਂ ਭਾਈ ਸਾਹਿਬ ਲਿਖਦੇ ਨੇ ਕਿ ਅਕਬਰ ਦਾ ਉਹਦੇ 9 ਰਤਨਾਂ ਦੇ ਵਿੱਚ ਹਾਲਾਂਕਿ ਉਹਨੇ ਸ਼ਾਮਲ ਕੀਤਾ ਸੀ ਬੀਰਬਲ ਨੂੰ, ਤਾਂ ਬੀਰਬਲ ਨੂੰ ਆਪਣੇ ਵੱਲੋਂ ਬੜਾ ਸਿਆਣਾ ਸਮਝਦਾ ਸੀ ਭਾਈ ਸਾਹਿਬ। ਉਹਦੀ ਜਿਹੜੀ ਇਤਿਹਾਸ ਦੀ ਘਟਨਾ ਹੈ ਇਸ ਜਗ੍ਹਾ ਤੇ ਲਿਖਦੇ ਹਨ, ਪশ্ਚਮ ਦਿਸ਼ਾ ਮੁਹਿੰਮ ਕਰ ਚੜ੍ਹਿਓ ਜੀਤ ਵੇ ਕਾਮ। ਪੱਛਮ ਦਿਸ਼ਾ ਵਾਲੇ ਪਾਸੇ ਕੋਈ ਮੁਹਿੰਮ ਸੀ ਮੁਗਲ ਸਲਤਨਤ ਦੀ ਅਕਬਰ ਦੇ ਸਮੇਂ, ਤੇ ਉਸ ਮੁਹਿੰਮ ਤੇ ਕਿਸੇ ਨੂੰ ਭੇਜਣਾ ਸੀ ਅਕਬਰ ਬਾਦਸ਼ਾਹ ਨੇ ਕਿ ਫਲਾਣੇ ਥਾਂ ਤੇ ਬਹੁਤ ਵੱਡਾ ਕੋਈ ਜੰਗ ਹੋਣਾ ਹੈ, ਉੱਥੇ ਗੱਲ ਅੜੀ ਹੋਈ ਹੈ, ਮੁਗਲ ਫੌਜਾਂ ਕਿਤੇ ਹਾਰ ਨਾ ਜਾਣ, ਕਿਹਨੂੰ ਭੇਜਿਆ ਜਾਏ। ਤੇ ਬੀਰਬਲ ਨੇ ਅਗਾਂਹ ਹੋ ਕੇ ਕਿਹਾ ਸੀ ਇਸ ਮੁਹਿੰਮ ਤੇ ਮੈਂ ਜਾਣਾ ਹੈ। ਉਹ ਰਾਜੇ ਦੀਆਂ ਨਜ਼ਰਾਂ 'ਚ ਹੋਰ ਜ਼ਿਆਦਾ ਪ੍ਰਵਾਨ ਚੜ੍ਹਨਾ ਚਾਹੁੰਦਾ ਸੀ ਤੇ ਉਹਨੇ ਆਪਣੇ ਆਪ ਨੂੰ ਬਹਾਦਰ ਵੀ ਸਾਬਤ ਕਰਨਾ ਸੀ, ਮੈਂ ਬਹੁਤ ਬਹਾਦਰ ਹਾਂ, ਤਾਕਤਵਰ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਮੈਂ ਇਸ ਮੁਹਿੰਮ ਤੇ ਜਾਣ ਵਾਸਤੇ ਤਿਆਰ ਹਾਂ। ਤੇ ਅਕਬਰ ਬੜਾ ਖੁਸ਼ ਹੋਇਆ ਕਿ ਬੀਰਬਲ ਨੇ ਆਪ ਹੀ ਗੱਲ ਕਹੀ ਹੈ ਕਿ ਮੈਂ ਇਸ ਮੁਹਿੰਮ ਤੇ ਜਾਣਾ ਹੈ। ਬਾਦਸ਼ਾਹ ਵੀ ਮੰਨ ਗਿਆ, ਉਹਨੇ ਮੁਹਿੰਮ ਤੇ ਜਾਣ ਦੀ ਤਿਆਰੀ ਕੀਤੀ ਸੀ। ਚੌਪਈ
ਰਖੇ ਸ਼ਾਤੇ ਸੰਗ ਸਰੇਹੂ। ਹਮੇਸ਼ਾ ਹੀ ਬਾਦਸ਼ਾਹ ਉਹਨੂੰ ਆਪਣੇ ਨਾਲ ਰੱਖਿਆ ਕਰਦਾ ਸੀ। ਅਕਬਰ ਬਾਦਸ਼ਾਹ ਨੂੰ ਆਪਣੇ ਨਾਲ ਰੱਖਿਆ ਕਰਦਾ ਸੀ। ਜਿਹੜੇ ਪਾਸੇ ਜਾਣਾ ਹੁੰਦਾ ਸੀ, ਜਿਹੜੇ 9 ਰਤਨ ਉਹਨੇ ਆਪਣੇ ਚੁਣੇ ਹੋਏ ਸੀ, ਜਿੱਧਰ ਬਾਦਸ਼ਾਹ ਜਾਂਦਾ ਸੀ ਉਹਦੇ ਨਾਲ ਹੀ ਜਾਂਦੇ ਸਨ। ਭ੍ਰਿਖਤ ਨ ਹੋਣ ਦੇਨ ਕਬ ਕੇਹੂ। ਕਦੇ ਵੀ ਅਕਬਰ ਬਾਦਸ਼ਾਹ ਇਹਨਾਂ ਨੂੰ ਆਪਣੇ ਤੋਂ ਦੂਰ ਨਹੀਂ ਸੀ ਹੋਣ ਦਿੰਦਾ ਤੇ ਆਪਣੇ ਨਾਲ ਹੀ ਰੱਖਦਾ ਸੀ। ਹੁਣ ਹਾਰ ਜਬ ਤੇ ਸਿਰ ਆਈ। ਪਰ ਜਦੋਂ ਵਾਹਿਗੁਰੂ ਪਰਮਾਤਮਾ ਦਾ ਭਾਣਾ ਵਰਤਣਾ ਹੋਵੇ, ਹੋਣ ਹਾਰ ਦਾ ਮਤਲਬ ਹੈ ਜਦੋਂ ਹੋਣੀ ਵਾਪਰਨੀ ਹੋਵੇ, ਤੇ ਉਦੋਂ ਕਈ ਵਾਰੀ ਬੰਦੇ ਦਾ ਦਿਮਾਗ ਆਪਣੇ ਆਪ ਹੀ ਖਰਾਬ ਹੋ ਜਾਂਦਾ ਹੈ। ਨਹੀਂ ਤੇ ਅਕਬਰ ਨੇ ਕਿਹੜਾ ਕਿਹਾ ਸੀ ਵੀ ਤੂੰ ਜਾ ਉੱਥੇ ਜੰਗ ਦੇ ਵਿੱਚ, ਇਹਨੇ ਆਪ ਹੀ ਕਿਹਾ ਸੀ ਵੀ ਬਾਦਸ਼ਾਹ ਸਲਾਮਤ ਮੈਨੂੰ ਭੇਜੋ, ਤੁਸੀਂ ਫੌਜਾਂ ਤੁਸੀਂ ਮੈਨੂੰ ਦਿਓ, ਮੈਂ ਫੌਜਾਂ ਦੀ ਅਗਵਾਈ ਕਰਾਂਗਾ, ਤੇ ਫਿਰ ਦੇਖਿਓ ਤੁਸੀਂ ਕਿਵੇਂ ਜੰਗ ਜਿੱਤੀ ਜਾਂਦੀ ਹੈ। ਮੁਗਲ ਰਾਜ ਦੀਆਂ ਹੱਦਾਂ ਹੋਰ ਵੀ ਜ਼ਿਆਦਾ ਵੱਡੀਆਂ ਹੋ ਜਾਣਗੀਆਂ। ਤਾਂ ਭਾਈ ਸਾਹਿਬ ਲਿਖਦੇ, ਜਦੋਂ ਹੋਣੀ ਆ ਜਾਏ, ਮੌਤ ਕਿਸੇ ਦੇ ਸਿਰ ਤੇ ਬੋਲਦੀ ਹੋਵੇ, ਤੇ ਫਿਰ ਉਹਦੀ ਆਪਣੀ ਹੀ ਜ਼ੁਬਾਨ ਕਈ ਵਾਰੀ ਦੂਜੇ ਪਾਸੇ ਲੈ ਜਾਂਦੀ ਹੈ, ਜਾਣਾ ਉਹਨੇ ਕਿਸੇ ਹੋਰ ਪਾਸੇ ਹੁੰਦਾ ਹੈ। ਤਾਂ ਹੋਣੀ ਵਾਪਰਨੀ ਸੀ, ਇਸੇ ਕਰਕੇ ਉਹਨੇ ਆਪ ਇਹ ਬਚਨ ਕਹਿਤੇ ਕਿ ਬਾਦਸ਼ਾਹ ਸਲਾਮਤ, ਆ ਜਿਹੜਾ ਤੁਹਾਡਾ ਯੁੱਧ ਅੜਿਆ ਹੋਇਆ, ਇਹ ਯੁੱਧ ਕਰਨ ਵਾਸਤੇ ਮੈਨੂੰ ਭੇਜੋ, ਮੈਂ ਜਿੱਤ ਕੇ ਹੀ ਵਾਪਸ ਆਵਾਂਗਾ। ਕਹਿਤ ਭਇਓ ਮੈਂ ਕਰੋ ਚੜਾਈ। ਕਹਿਤ ਭਇਓ ਮੈਂ ਕਰੋ ਚੜਾਈ, ਕਹਿੰਦਾ ਮੈਂ ਚੜਾਈ ਕਰਾਂਗਾ, ਭਾਵ ਕਿ ਮੈਂ ਹਮਲਾ ਕਰਨ ਵਾਸਤੇ ਜਾਣਾ ਹੈ। ਸਕਲ ਮਵਾਸ ਤੋਰ ਕਰ ਆਵਾਂ। ਜਿੰਨੇ ਵੀ ਤੁਹਾਡੇ ਮਵਾਸ ਮਤਲਬ ਤੁਹਾਡੇ ਜਿਹੜੇ ਆਕੀ ਨੇ, ਤੁਹਾਡੇ ਵਿਰੋਧੀ, ਤੁਹਾਡੇ ਬਾਗੀ ਨੇ, ਮੁਗਲ ਸਲਤਨਤ ਦੇ ਵਿਰੋਧੀ, ਮੈਂ ਉਹਨਾਂ ਆਕੀ ਬੰਦਿਆਂ ਨੂੰ ਮਾਰ ਕੇ ਖਤਮ ਕਰਕੇ ਜੰਗ ਜਿੱਤ ਕੇ ਤੁਹਾਡੇ ਕੋਲ ਵਾਪਸ ਆਵਾਂਗਾ। ਬਾਰ ਬਾਰ ਕੋ ਝਗਰ ਚੁਕਾਵਾਂ। ਤੇ ਬਾਦਸ਼ਾਹ ਦੇ ਦਰਬਾਰ ਵਿੱਚ ਦਮਗਜ਼ਾ ਮਾਰਦਾ ਹੋਇਆ ਬੀਰਬਲ ਕਹਿੰਦਾ ਵਾਰ-ਵਾਰ ਦਾ ਝਗੜਾ ਹੀ ਮੁਕਾ ਦੇਣਾ, ਦੁਬਾਰਾ ਮੁਹਿੰਮ ਤੇ ਜਾਣਾ ਹੀ ਨਾ ਪਵੇ, ਦੁਬਾਰਾ ਯੁੱਧ ਹੋਵੇ ਹੀ ਨਾ, ਮੈਂ ਸਾਰੀ ਗੱਲ ਮੁਕਾ ਕੇ ਤੁਹਾਡੇ ਕੋਲ ਆਵਾਂਗਾ। ਤੇ ਤੁਹਾਨੂੰ ਵੀ ਮਾਣ ਮਹਿਸੂਸ ਹੋਏਗਾ ਕਿ ਬੀਰਬਲ ਸੱਚਮੁੱਚ ਹੀ ਬੜੀ ਤਾਕਤ ਵਾਲਾ ਹੈ। ਇਹ ਆਪਣੇ ਮੂੰਹ ਤੋਂ ਆਪਣੀਆਂ ਸਿਫਤਾਂ ਦੇ ਪੁੱਲ ਉਹਨੇ ਆਪ ਹੀ ਬੰਨੇ ਹਨ। ਸੁਣ ਅਕਬਰ ਬਹੁ ਭਇਓ ਪ੍ਰਸੰਨ। ਅਕਬਰ ਨੇ ਜਦੋਂ ਸੁਣਿਆ ਤੇ ਬਹੁ ਭਇਓ ਪ੍ਰਸੰਨ, ਬਹੁਤ ਜ਼ਿਆਦਾ ਖੁਸ਼ ਹੋਇਆ ਸੀ। ਕਹਿਓ ਵੀਰ ਬਰੇ ਕੋ ਤੁਮ ਧੰਨ। ਉਸਨੇ ਬੀਰਬਲ ਨੂੰ ਕਿਹਾ ਤੂੰ ਬਹੁਤ ਜ਼ਿਆਦਾ ਧਨਤਾ ਦੇ ਯੋਗ ਹੈ, ਧੰਨ ਹੈ ਭਾਈ, ਤੂੰ ਤੇ ਸੱਚਮੁੱਚ ਬਹੁਤ ਜ਼ਿਆਦਾ ਤਾਕਤਵਰ ਹੈ, ਬਹੁਤ ਜ਼ਿਆਦਾ ਨਿਡਰ ਇਨਸਾਨ ਹੈ, ਜਿਨੇ ਆਪ ਹੀ ਕਹਿ ਦਿੱਤਾ ਕਿ ਮੈਨੂੰ ਯੁੱਧ ਕਰਨ ਵਾਸਤੇ ਭੇਜੋ। ਮੈਂ ਤੇਰੇ ਤੋਂ ਸਦਕੇ ਹਾਂ ਬੀਰਬਲ। ਇਹ ਜਿਹੜੇ ਸ਼ਬਦ ਨੇ ਇਹ ਬਾਦਸ਼ਾਹ ਨੇ ਆਖੇ ਹਨ। ਤੋਹੇ ਗਏ ਬਿਨ ਕਾਜ ਨਾ ਸਰੇ। ਬਾਦਸ਼ਾਹ ਵੀ ਕਹਿਣ ਲੱਗਾ ਤੇਰੇ ਗਏ ਤੋਂ ਬਿਨਾ ਇਹ ਕਾਰਜ ਨਹੀਂ ਸਰਨਾ ਹੈ, ਮੇਰੇ ਮਨ ਵਿੱਚ ਬੜੇ ਲੰਮੇ ਸਮੇਂ ਤੋਂ ਆ ਰਿਹਾ ਸੀ, ਪਰ ਅੱਜ ਬੀਰਬਲ ਤੂੰ ਆਪ ਹੀ ਜਾਣ ਵਾਸਤੇ ਤਿਆਰ ਹੋ ਗਏ, ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ। ਔਰ ਕਮਤ ਕਰੇ ਕੋਈ ਨਾ ਆਰੇ। ਹੋਰ ਕੌਣ ਹੈ ਜਿਹੜਾ ਇਸ ਮੁਹਿੰਮ ਨੂੰ ਜਿੱਤ ਸਕਦਾ ਹੈ? ਅਕਬਰ ਨੇ ਵੀ ਥੋੜੇ ਜਿਹੇ ਸ਼ਬਦ ਵਡਿਆਈ ਦੇ ਵਿੱਚ ਕਹਿ ਦਿੱਤੇ ਤੇ ਬੀਰਬਲ ਹੋਰ ਵੀ ਜ਼ਿਆਦਾ ਫੁੱਲ ਗਿਆ। ਕਈ ਵਾਰੀ ਐਸਾ ਹੁੰਦਾ ਕੋਈ ਵਡਿਆਈ ਦੇ 4 ਸ਼ਬਦ ਕਹਿ ਦੇ ਤੇ ਮਨੁੱਖ ਜਿਹੜਾ ਹੈ ਉਹ, ਹਾਲਾਂਕਿ ਉਹਨੂੰ ਅੰਦਰੋਂ ਪਤਾ ਹੁੰਦਾ ਹੈ ਕਿ ਮੈਂ ਕਿੰਨੇ ਕੁ ਪਾਣੀ ਵਿੱਚ ਆ, ਮੇਰੀ ਤਾਕਤ ਕਿੰਨੀ ਕੁ ਹੈ, ਗੁਣ ਮੇਰੇ ਕੋਲ ਕਿੰਨਾ ਕੁ ਹੈ, ਪਰ ਵਡਿਆਈ ਦੇ ਸ਼ਬਦ ਜਿਹੜੇ ਨੇ ਇਹ ਮਨੁੱਖ ਨੂੰ ਫਿਰ ਵੀ ਫੁਲਾ ਦਿੰਦੇ ਨੇ। ਤੇ ਬੀਰਬਲ ਵੀ ਥੋੜਾ ਜਿਹਾ ਫੁੱਲਣ ਲੱਗ ਗਿਆ ਵੀ ਬਾਦਸ਼ਾਹ ਨੇ ਵਡਿਆਈ ਦੇ ਸ਼ਬਦ ਕਹੇ ਨੇ, ਤੇ ਜੇ ਸੱਚਮੁੱਚ ਮੈਂ ਜਿੱਤ ਕੇ ਵਾਪਸ ਆ ਗਿਆ ਤੇ ਮੇਰੀ ਬੜੀ ਟੌਰ ਬਣੇਗੀ, ਪਰ ਇਹ ਤੇ ਵਾਹਿਗੁਰੂ ਜਾਣਦਾ ਨਾ ਵਾਪਸ ਉਹਨੇ ਆਉਣਾ ਹੀ ਨਹੀਂ ਹੈ। ਤੁਰਿਆ ਤੇ ਇਹ ਕਹਿ ਕੇ ਵੀ ਜਿੱਤ ਕੇ ਵਾਪਸ ਆਵਾਂਗਾ, ਤੁਹਾਡੇ ਦੁਸ਼ਮਣਾਂ ਨੂੰ ਖਤਮ ਕਰ ਦਿਆਂਗਾ, ਪਤਾ ਬਾਅਦ ਵਿੱਚ ਲੱਗਣਾ ਵੀ ਵਾਪਸ ਤੇ ਮੁੜਿਆ ਕੋਈ ਨਹੀਂ ਜਾਣਾ, ਯੁੱਧ ਵਿੱਚ ਮਾਰਨਾ ਨਹੀਂ ਬਲਕਿ ਆਪ ਹੀ ਮਰ ਕੇ ਆ ਜਾਣਾ ਹੈ। ਤਾਂ ਇਸ ਤਰ੍ਹਾਂ ਇਹ ਬੀਰਬਲ ਤੁਰਨ ਲੱਗਾ, ਕਿਵੇਂ ਗੁਰੂ ਸਾਹਿਬ ਦੇ ਨਾਲ ਇਹਦੀ ਮੁਲਾਕਾਤ ਹੁੰਦੀ ਹੈ ਤੇ ਮਹਾਰਾਜ ਨੂੰ ਕਿਵੇਂ ਮੰਦੇ ਸ਼ਬਦ ਆਪਣੀ ਜ਼ੁਬਾਨ ਤੋਂ ਬੋਲਦਾ ਹੈ। ਅਗਲੀ ਇਤਿਹਾਸ ਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ। ਗੁਰੂ ਪਾਤਸ਼ਾਹ ਜੀ ਮਿਹਰ ਕਿਰਪਾ ਕਰਨ, ਤਿੰਨਾਂ ਦੇ ਇਤਿਹਾਸ ਨੂੰ ਪੜ੍ਹਦਿਆਂ ਵਿਚਾਰਦਿਆਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਸਕੀਏ, ਇਹ ਸਾਡੀ ਅਰਦਾਸ ਗੁਰੂ ਚਰਨਾਂ ਪਾਸ ਹੋਣੀ ਚਾਹੀਦੀ ਹੈ। ਆਓ ਹੁਣ ਸਿਮਰਨ ਦਾ ਚੁਣਨਾ ਹੈ।
ਵਾਹਿਗੁਰੂ 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 ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਨਾਨਕ ਚਾਓ ਇਹੋ ਨਾਨਕ ਚਾਉ ਏਹੋ ਨਾਨਕ ਚਾਉ ਏਹੋ ਵਾਹਿਗੁਰੂ 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 ਸੋ ਸਤਿਗੁਰੂ ਜੀ ਕਿਰਪਾਲਤਾ ਕਰਨ ਸਾਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ ਇੰਨੇ ਹੀ ਬਚਨ ਆਪ ਜੀ ਨੇ ਪ੍ਰਵਾਨ ਕਰਨੇ ਵਿਚਾਰਾਂ ਦੀ ਸਾਂਝ ਪਾਉਂਦੇ ਆ ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ ਆਓ ਸਾਰੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।